ਹੈਲੋ ਫਰੈਂਡਸ, ਸਤਿ ਸ੍ਰੀ ਅਕਾਲ। ਅਸੀਂ ਗੁਰੂ ਪੀਰੀਅਡ ਦੇ ਵਿੱਚ ਪਹਿਲਾਂ 2 ਲੈਕਚਰ ਦੇ ਵਿੱਚ ਅਸੀਂ ਕਰ ਰਹੇ ਸੀਗੇ। ਪਹਿਲੇ 2 ਲੈਕਚਰ 'ਚ ਅਸੀਂ ਪਹਿਲੇ 9 ਗੁਰੂ ਕੀਤੇ, ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੱਕ। ਹੁਣ ਅਸੀਂ ਨੈਕਸਟ ਲੈਕਚਰ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਟੋਪਿਕ ਜਿਹੜਾ ਉਹ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਵਰ ਕਰਾਂਗੇ। ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ 'ਚ ਆਪਾਂ ਪਹਿਲਾਂ ਗੱਲ ਕਰਦੇ ਹਾਂ ਲਾਈਫ, ਉਹਨਾਂ ਦੀ ਲਾਈਫ। ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਨਮ ਹੈ ਉਹ 22 ਦਸੰਬਰ 1666 ਨੂੰ ਹੋਇਆ ਸੀ, ਹੈ ਨਾ। 22 ਦਸੰਬਰ 1666 ਔਰ ਕਿੱਥੇ ਹੋਇਆ ਸੀਗਾ? ਪਟਨਾ ਸਾਹਿਬ ਦੇ ਵਿੱਚ। ਕਈ ਵਾਰ ਨਾ ਕਈ ਵਾਰ ਸਵਾਲ ਪੁੱਛਦੇ ਆ ਕਿ ਉਹਨਾਂ ਦਾ ਜਨਮ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1 ਸਾਲ 'ਚ 2 ਵਾਰੀ ਵੀ ਆ ਜਾਂਦਾ, ਕਈ ਵਾਰੀ ਆਉਂਦਾ ਹੈ। ਅਤੇ ਇਹ ਅਸਲ 'ਚ ਕੀ ਆ ਕਿ ਜਿਹੜਾ ਜਾਰਜੀਅਨ ਕੈਲੰਡਰ ਦੇ ਹਿਸਾਬ ਨਾਲ ਤਾਂ 22 ਦਸੰਬਰ ਹੀ ਆ ਉਹਨਾਂ ਦੀ ਡੇਟ। ਐਗਜ਼ਾਮ 'ਚ ਵੀ 22 ਦਸੰਬਰ ਹੀ ਪੁੱਛਿਆ ਜਾਏਗਾ ਅਗਰ ਉਹਨਾਂ ਦੇ ਜਨਮ ਦਿਨ ਬਾਰੇ ਪੁੱਛਦੇ ਆ ਤਾਂ। ਪਰ ਅਸੀਂ ਮਤਲਬ ਕਿ ਪੰਜਾਬ ਸਰਕਾਰ ਜਾਂ SGPC ਉਹ ਨਾਨਕਸ਼ਾਹੀ ਕੈਲੰਡਰ ਨੂੰ ਫੋਲੋ ਕਰਦੇ ਆ। ਉਹ ਨਾਨਕਸ਼ਾਹੀ ਕੈਲੰਡਰ ਜਿਹੜਾ ਆ ਉਹ ਮੂਨਰ ਕੈਲੰਡਰ ਹੈ, ਅਤੇ ਉਹ ਹਾੜੀ ਸੌਣੀ ਦੇ ਹਿਸਾਬ ਨਾਲ ਚੱਲਦਾ ਉਹ। ਤਾਂ ਉਹਦੇ ਹਿਸਾਬ ਦੇ ਨਾਲ ਡੇਟਾਂ ਕਈ ਵਾਰ ਅੱਗੇ ਪਿੱਛੇ ਹੋ ਜਾਂਦੀਆਂ। ਤਾਂ ਆਪਾਂ ਕਈ ਵਾਰ ਦੇਖਦੇ ਹਾਂ 1 ਸਾਲ 'ਚ ਹੀ ਜਨਵਰੀ 'ਚ ਵੀ ਆ ਗਿਆ, ਦਸੰਬਰ 'ਚ ਵੀ ਆ ਗਿਆ। 2 ਵਾਰ ਜਿਹੜਾ ਜਨਮ ਆ ਉਹ ਮਨਾਇਆ ਵੀ ਕਈ ਵਾਰੀ ਹੋ ਜਾਂਦਾ ਹੈ ਨਾ। ਉਹਨਾਂ ਦੇ ਅਸਲ 'ਚ ਜਦੋਂ ਕਈ ਵਾਰ ਪੁੱਛਿਆ ਜਾ ਸਕਦਾ ਕਿ ਉਹਨਾਂ ਦਾ ਜਨਮ ਪਟਨਾ 'ਚ ਕਿਉਂ ਹੋਇਆ। ਇਹ ਪਟਨਾ ਸਾਹਿਬ ਦਾ ਗੁਰਦੁਆਰਾ ਤਾਂ ਹੋਇਆ ਐਵੇਂ ਸੀ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਪਣੀ ਈਸਟ ਦੀ ਦਿਸ਼ਾ ਨੂੰ ਇੱਕ ਜਰਨੀ ਅੰਡਰਟੇਕ ਕਰ ਰਹੇ ਸੀਗੇ ਟੂਵਰਡਸ ਇਹ ਸਾਰਾ ਏਰੀਆ UP ਦਾ, ਬਿਹਾਰ ਦਾ। ਉਹਨਾਂ ਦਾ ਜਿਹੜਾ ਪਲਾਨ ਸੀ ਉਹ ਸੀਗਾ ਕਿ ਨਾਰਥ ਈਸਟ, ਅਸਾਮ ਜਾਂ ਉਸ ਤੋਂ ਅੱਗੇ ਆਪਾਂ ਜਾਣਾ ਹੈ ਨਾ। ਤਾਂ ਜਦੋਂ ਗੁਰੂ ਜੀ ਜਾ ਰਹੇ ਸੀਗੇ ਤਾਂ ਪਟਨਾ ਸਾਹਿਬ ਦੇ ਵਿੱਚ ਉਹ ਜਦੋਂ ਥੋੜ੍ਹੀ ਦੇਰ ਲਈ ਰੁਕੇ ਹੋਏ ਸੀਗੇ ਤਾਂ ਉੱਥੇ ਫਿਰ ਮਾਤਾ ਉਹਨਾਂ ਦੀ ਜਿਹੜੇ ਮਿਸਿਸ ਸੀਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਈਫ, ਮਾਤਾ ਗੁਜਰੀ ਜੀ, ਉਹ ਉੱਥੇ ਰੁਕ ਗਏ। ਉਹਨਾਂ ਨੂੰ ਫਿਰ ਗੁਰੂ ਤੇਗ ਬਹਾਦਰ ਜੀ ਉੱਥੇ ਛੱਡ ਕੇ ਆਪ ਅੱਗੇ ਨਿਕਲ ਗਏ, ਆਪ ਚਲੇ ਗਏ ਅੱਗੇ ਕਾਮਰੂਪ। ਉਦੋਂ ਕਾਮਰੂਪ ਸੀ, ਹੁਣ ਅਸਾਮ ਹੋ ਗਿਆ, ਉੱਥੇ ਚਲੇ ਗਏ। ਔਰ ਇਹਦੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ ਸੀਗੇ, ਮਤਲਬ ਮਾਤਾ ਗੁਜਰੀ ਦੇ ਬ੍ਰਦਰ ਕਿਰਪਾਲ ਚੰਦ, ਉਹਨਾਂ ਨੂੰ ਉੱਥੇ ਛੱਡ ਗਏ ਕਿ ਕਿਰਪਾਲ ਚੰਦ ਨੂੰ ਕਹਿ ਦਿੱਤਾ ਕਿ ਤੁਸੀਂ ਯੂ ਟੇਕ ਕੇਅਰ ਆਫ ਮਾਤਾ ਗੁਜਰੀ। ਅਤੇ ਗੁਰੂ ਤੇਗ ਬਹਾਦਰ ਜੀ ਆਪਣੀ ਜਿਹੜੀ ਯਾਤਰਾ ਸੀ ਉਹ ਅੱਗੇ ਨਿਕਲ ਗਏ, ਚਲੇ ਗਏ ਅਸਾਮ। ਉਹਨਾਂ ਨੂੰ ਜਦੋਂ ਅਸਾਮ ਸੀਗੇ ਤਾਂ ਉੱਥੇ ਉਹਨਾਂ ਨੂੰ ਖਬਰ ਦਿੱਤੀ ਗਈ ਕਿ ਉਹਨਾਂ ਦੇ ਘਰੇ ਬੇਟੇ ਨੇ ਜਨਮ ਲਿਆ। ਅਤੇ ਇਸ ਕਰਕੇ ਉਹ ਪਟਨਾ ਦੇ ਵਿੱਚ ਰੁਕੇ ਸੀ ਅਤੇ ਪਟਨਾ ਦੇ ਵਿੱਚ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਇੱਕ ਪ੍ਰੋਫੇਸੀ ਹੈਗੀ, ਪ੍ਰੋਫੇਸੀ ਦਾ ਮਤਲਬ ਭਵਿੱਖਬਾਣੀ। ਭੀਖਣ ਸ਼ਾਹ ਨਾਂ ਦਾ ਬੰਦਾ ਸੀਗਾ, ਭੀਖਣ ਸ਼ਾਹ ਹੈ। ਇਹਨੇ ਭਵਿੱਖਬਾਣੀ ਕੀਤੀ ਸੀ। ਇਹਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਇੱਕ ਮਤਲਬ ਜਦੋਂ ਚਾਈਲਡ ਗੁਰੂ, ਮਤਲਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ 'ਚ, ਕਿ ਇਹ ਇੱਕ ਐਸਾ ਜਦੋਂ ਜਨਮ ਹੋਇਆ ਉੱਥੇ ਪਟਨਾ ਸਾਹਿਬ ਦੇ ਵਿੱਚ, ਉਹਨਾਂ ਨੇ ਭਵਿੱਖਬਾਣੀ ਇਹ ਕੀਤੀ ਸੀ ਕਿ ਹੀ ਵਿਲ ਬੀ ਸੇਂਟ ਐਜ਼ ਵੈਲ ਐਜ਼ ਸੋਲਜਰ ਐਟ ਏ ਟਾਈਮ। ਮਤਲਬ ਇਹ ਇੱਕ ਐਸਾ ਪਰਸਨ ਹੋਏਗਾ ਜਿਹੜਾ ਬੜਾ ਹੋ ਕੇ ਸੇਂਟ ਔਰ ਸੋਲਜਰ ਮਿਕਸ ਹੋਏਗਾ। ਮਤਲਬ ਇਹਦੀ ਪਰਸਨੈਲਿਟੀ ਦੇ ਵਿੱਚ ਸੇਂਟ ਵਾਲੇ ਸਾਰੇ ਫੀਚਰਸ ਵੀ ਹੋਣਗੇ ਔਰ ਸੋਲਜਰ ਵਾਲੇ ਸਾਰੇ ਫੀਚਰਸ ਵੀ ਹੋਣਗੇ। ਉਹ ਬਾਅਦ 'ਚ ਅਸੀਂ ਦੇਖਦੇ ਹਾਂ ਉਹ ਸੀਗੇ ਵੀ, ਹੈ ਨਾ। ਇੱਕ ਭਵਿੱਖਬਾਣੀ ਕਰਨ ਵਾਲਾ ਕੌਣ ਸੀਗਾ? ਭੀਖਣ ਸ਼ਾਹ। ਉਹਨਾਂ ਦੀ ਜਿਹੜੀ ਦਸਤਾਰਬੰਦੀ ਆ ਉਹ 1671 ਦੇ ਵਿੱਚ ਲਖਨੌਰ ਦੇ ਵਿੱਚ ਹੋਈ ਸੀ। ਲਖਨੌਰ ਇਹ ਇੱਕ ਛੋਟਾ ਜਿਹਾ ਕਸਬਾ ਸੀ ਅਨੰਦਪੁਰ ਸਾਹਿਬ ਦੇ ਲਾਗੇ। ਬਾਅਦ 'ਚ ਅਨੰਦਪੁਰ ਸਾਹਿਬ ਦੇ ਵਿੱਚ ਹੀ ਮਰਜ ਹੋ ਗਿਆ, ਸਾਰਾ ਹੀ ਅਨੰਦਪੁਰ ਸਾਹਿਬ ਹੀ ਬਣ ਗਿਆ। ਗੁਰੂ ਤੇਗ ਬਹਾਦਰ ਜੀ ਬਾਅਦ ਵਿੱਚ ਅਨੰਦਪੁਰ ਸਾਹਿਬ ਸ਼ਿਫਟ ਹੋ ਗਏ ਔਰ ਜਾਂ ਲਖਨੌਰ। ਅਤੇ ਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੱਦੀ 'ਤੇ 8 ਜੁਲਾਈ 1675 ਨੂੰ ਉਹ ਗੁਰੂ ਗੱਦੀ 'ਤੇ ਬੈਠੇ ਸੀਗੇ। 8 ਜੁਲਾਈ 1675, ਜੁਲਾਈ 8 1675 ਆਫਟਰ ਦਾ ਮਾਰਟਰਡਮ ਆਫ ਗੁਰੂ ਤੇਗ ਬਹਾਦਰ ਜੀ।
गुरु गोबिंद सिंह जी के टीचरां की अगर ना गल करिए कौन कौन उन्होंने टीचर सीगे, तां एक पीर मुहम्मद सी, वो उन्होंने परशियन पढ़ाउंदा सीगा, ठीक है। एक पंडित हरजस सीगा, वो उन्होंने संस्कृत पढ़ाउंदे सीगे। एक बजर सिंह सीगे, वो उन्होंने हॉर्स राइडिंग ते वैपनरी की जिहड़ी सिक्ख्या है वो दिंदे सीगे। पीर मुहम्मद फॉर परशियन, पंडित हरजस फॉर संस्कृत, बजर सिंह फॉर वैपनरी एंड हॉर्स राइडिंग। बजर सिंह फॉर वैपनरी एंड हॉर्स राइडिंग वास्ते। उस तो बाद आपां श्री गुरु गोबिंद सिंह जी की वाइफ की गल करते हैं। पहली वाइफ उन्हों का नाम सीगा माता जीतो जी। माता जीतो उन्हों की फर्स्ट 3 वाइफ सीगियां। थोड़ा जिहा कई बार आपां कॉन्ट्राडिक्शनस भी देखते हैं, कई लोग 2 वाइफ की गल करते हैं, कई लोग 3 वाइफ की गल करते हैं। मैं गल करदा अगे, ठीक है। पहला उन्हों की माता जीतो जी सीगे, जिहड़े कि लाहौर तो सीगे। माता जीतो जी लाहौर तो सीगे। इन्हां दे पिता जी का नाम हरीमल सीगा। सैकेंड वाइफ उन्हों नाम सीगा माता सुंदरी। दूसरे वाइफ का नाम सी माता सुंदरी। माता सुंदरी ते तीसरे जिहड़े उन्हों दे वाइफ सीगे उन्हों का नाम सी माता साहिब कौर। ते माता साहिब कौर, माता जीतो जी, माता सुंदरी, माता साहिब कौर, ये 3 उन्होंने वाइफ सी। हुण एक ये ना एक हैगी आ कि जदों कई लोग अपने लिखतां दे विच लिखदे आ कि माता साहिब कौर ते माता सुंदरी एक ही लेडी का नाम सीगा। जदों खालसा पंथ की स्थापना हुई, ठीक है, तो जिहड़े माता सुंदरी सीगे उही माता साहिब कौर बन गए। ये पिछे स्टोरी जी गल जी एवं एक्सप्लेनेशन है कि जदों माता सुंदरी दे चारों साहिबजादे 4 बेटे वो शहादत नूं प्राप्त होए, शहीद हो गए, तो उस तो पहलां दी गल है माता ये कहा जाता, इदा कई लिखारियां ने लिखा होया कि गुरु गोबिंद सिंह जी ने माता सुंदरी नूं आने वाला जिहड़ा भविख सीगा वो सारे का सारा दसता सीगा, ठीक है, कि किवें किवें लड़ाइयां होणगियां, किवें साडा परिवार जिहड़ा है उहदे सारे परिवार की शहादत होएगी। तां किवें माता 2 छोटे साहिबजादे, किवें 2 बड़े साहिबजादे वो इस दुनिया नूं सानूं सारिआं नूं छड्ड के जाणगे। तां खालसा पंथ की स्थापना हुई ते 1699 दे विच। ते माता सुंदरी ने यह कहा सीगा कि जे मेरे चारों बेटे छड्ड के चले जाएंगे तो फिर मैनू की मिलूँगा, मैनू की मेरा की है ना। तो मैं तो माँ के कोलों बेटे गए, तो माता गुरु गोबिंद सिंह जी ने कहते हैं कि जदों खालसा पंथ की स्थापना की तो खालसा जिहड़ा सीगा उन्हां दी झोली च पाया। एक फोटो भी मैं अगे लगाई हुई है विकीपीडिया तो लैके अगे आएगी। खालसा उन्हां दी झोली च पाया, खालसा सजा के 5 प्यारे सजा के उन्होंने झोली च खालसा पाता। उन्होंने कहा कि जिमें 4 बेटे तुहाडे गए आ, उस तो बाद हज़ारां ही बेटे जिहड़े आ वो तुहानूं दिते जा रहे हैं, खालसा ही दिता जा रहा। तो और नवा नाम दिता, माता सुंदरी नूं नवा नाम मिलिया माता साहिब कौर। तो वो साहिब कौर खालसा पंथ की स्थापना तो बाद साहिब कौर बन गए। पता ये हुण स्टोरी जिहड़ी आ ये जिहड़ी एक्सप्लेनेशन आ ये उल्टा भी आ। कई लिखारी लिखते हैं कि नहीं जी 3 वाइफ सीगियां, तीसरे मैसेज उन्होंने सीगे माता साहिब कौर, दूसरे सीगे माता सुंदरी, अलग अलग सी या अलग अलग नहीं सी। दैट इज़ चलो एग्जाम पॉइंट ऑफ व्यू तो आप गल करिए तो आप ये याद रखना कि पहले मैसेज का नाम, पहले उन्होंने पत्नी का नाम माता जीतो जी, दूसरी पत्नी का नाम माता सुंदरी जी, तीसरी पत्नी का नाम माता साहिब कौर जी। माता जीतो माता सुंदरी और माता साहिब कौर की एवं एक्सप्लेनेशन भी आप कर सकते हैं। बेटियां की गल करिए, उन्होंने 4 पुत्र सीगे, बाबा अजीत सिंह, बाबा जोरावर सिंह, बाबा जुझार सिंह, बाबा फतेह सिंह, ठीक है। बड़े साहिबजादे चमकौर साहब दे विच ही शहादत हुई सी, छोटे साहिबजादे जुझार सिंह ते फतेह सिंह इन्हां दी
ਸਰਹੰਦ ਦੇ ਵਿੱਚ ਸ਼ਹਾਦਤ ਹੋਈ ਸੀ। ਰਾਈਟਿੰਗਸ ਦੀ ਗੱਲ ਕਰੀਏ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਹੁਤ ਸਾਰੀਆਂ ਲਿਖਤਾਂ ਹੈ, ਰਾਈਟਿੰਗਸ ਹੈ। ਜਾਪ ਸਾਹਿਬ एक पहली राइटिंग है जाप साहिब, दूसरी नाटक है बचित्र नाटक, तीसरा जफरनामा, और दूसरे अगले है अकाल उस्तत, अकाल उस्तत, फिर है चंडी दी वार, फिर है सवैये, अगे है शब्द हज़ारे, नेक्स्ट है कृष्ण अवतार, नेक्स्ट है शास्त्रनामा। उन्होंने लिखता उन्होंने राइटिंग की गल करते हैं। नंबर है पहला है जाप साहिब, बचित्र नाटक, जफरनामा, अकाल उस्तत, चंडी दी वार, सवैये, शब्द हज़ारे, कृष्ण अवतार, शास्त्रनामा। ये उन्होंने राइटिंग्स हैगियां। और जदों पौंटा साहब गए, बाद च आपां करांगे पौंटा साहब किवें गए। वो पौंटा साहब गए तो पौंटा साहब दे विच उन्होंने 52 पोइट्स, 52 कवि उन्होंने पैट्रोनाइज किया हुआ है, उन्होंने अपने नाम रखा हुआ है पौंटा साहब दे विच। और उन्होंने इंपॉर्टेंट सीगा नंद लाल, सनापत, अनी राय, उदय राय। ये 4 नाम सानू मिलते हैं, नंद लाल, सनापत, अनी राय, उदय राय। ये मतलब कुछ नाम आ उन्होंने 52 के विचों कुछ बंदियां दे जिहड़े पोइट सीगे। वैसे ना जिवें आपां उन्हां दी राइटिंग की गल करते हैं, जदों गुरु गोबिंद सिंह जी सरसा नदी क्रॉस कर रहे थे, उन्होंने बहुत लिटरेचर लिखा सीगा। जे किते वो सारा लिटरेचर रह जाता, सानू मिल जाता, तां दुनिया के सब तो सिर कढ़ फिलोसफर श्री गुरु गोबिंद सिंह जी होने सीगे। जे वो सानू उन्हां दी जिहड़ी सोचनी आ, उन्हां दी जिहड़ी राइटिंग्स आ, उहदा जिहड़ा लैवल आ, कुछ चीज़ां सानू मिलियां, उस तो आप उन्होंने लैवल का अंदाज़ा लगाने कि बहुत हाई लैवल से लिखण का उन्होंने है ना, लेखनी का लैवल। तो जे उन्होंने सारिया राइटिंग सानू मिल जांदियां तो असीं क्लेम कर सकते कि दुनिया का बेस्ट फिलोसफर श्री गुरु गोबिंद सिंह जी सीगे। पर वो जदों सरसा नदी क्रॉस कर रहे थे तो उदों बहुत सारा उन्होंने लिटरेचर जिहड़ा आ वो सरसा नदी च डिस्ट्रॉय हो गया। अगे गल करते हैं बैटलों की, लड़ाइयाँ की। गुरु गोबिंद सिंह जी ने दियां टोटल लड़ाइयां नूं आपां 2 पार्ट च डिवाइड कर सकते हैं। एक पार्ट है प्री खालसा पीरियड, दूसरा पार्ट है पोस्ट खालसा पीरियड, मतलब खालसा पंथ की स्थापना तो पहला तो खालसा पंथ की स्थापना तो बाद। प्री खालसा पीरियड की एक ये चीज़ ऐड करा गुरु गोबिंद सिंह लाइफ के बारे च। वो जदों 9 साल की उम्र च जदों बने गुरु गद्दी ते बैठे है ना, 9th ईयर दे विच गुरु गद्दी ते बैठे, तो उन्होंने बहुत सारे रॉयल सिंबल्स अज्यूम किए, बहुत सारे रॉयल सिंबल्स उन्होंने अडॉप्ट किए। जिमें कि उन्होंने जी अपनी टर्बन आ उहदे विच पंख लगाना शुरू करता, जिमें श्री गुरु हरगोबिंद जी ने भी किया सीगा। तो हंटिंग करनी शुरू करती, तो रॉयल कपड़े जिहड़े रॉयल कपड़े पाउंदे आ, वो रॉयल कपड़े पाने शुरू कर दिते। उन्होंने कोल एक ना ड्रम सीगा नगाड़ा, तो ओदा नाम सीगा रणजीत नगाड़ा। रणजीत नगाड़ा उहदा नाम सीगा, वो रखिया सीगा, वो भी रॉयल सिंबल की तरह उन्होंने यूज़ करते सीगे। बैटलों की गल करते हैं। सब तो पहली बैटल है बैटल ऑफ मखोवाल। ये बैटल की फोटो है, बैटल ऑफ मखोवाल। बैटल किवें हुई? बैटल ऑफ मखोवाल कदों हुई सी? 1682 दे विच। मखोवाल भी बाद विच आनंदपुर साहब का ही पार्ट बन गया। आनंदपुर साहब के छोटा जिहा कस्बा सी, सारे नूं आनंदपुर साहब ही बन गया वो। तो होया की सीगा, क्यों वो बैटल हुई? जिहड़ा एक पहाड़ी राजा सी, उहदा नाम सी भीमसेन। पहाड़ी राजा सी, उहदा नाम सी भीमसेन। वो पहाड़ी राजा जिहड़ा सीगा, उहने श्री गुरु गोबिंद सिंह जी नूं कहा कि
ਬਿਲਾਸਪੁਰ ਦਾ ਰਾਜਾ ਸੀ। ਇਹ ਕਿੱਥੋਂ ਦਾ? ਬਿਲਾਸਪੁਰ ਦਾ। ਉਹਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਟ੍ਰਿਬਿਊਟ ਦੇਣਾ ਸ਼ੁਰੂ ਕਰੋ, ਜਿਵੇਂ ਕਿ ਮੀਡੀਅਵਲ ਹਿਸਟਰੀ 'ਚ ਹੁੰਦਾ ਹੀ ਸੀਗਾ। ਬੜਾ ਰਾਜਾ ਦੇ ਅੰਪਾਇਰ ਦੇ ਵਿੱਚ ਬਹੁਤ ਸਾਰੇ ਛੋਟੇ ਰਾਜੇ ਹੁੰਦੇ ਸੀਗੇ। ਛੋਟੇ ਰਾਜੇ ਆਟੋਨੋਮਸ ਸੀਗੇ, ਪਰ ਉਹ ਬੜੇ ਰਾਜੇ ਨੂੰ ਟ੍ਰਿਬਿਊਟ ਜਾਂ ਟੈਕਸ ਪੇ ਕਰਦੇ ਸੀਗੇ। ਉਹਨਾਂ ਨੇ ਪਹਾੜੀ ਰਾਜਾ ਦਾ ਜਿਹੜਾ ਬਿਲਾਸਪੁਰ ਦਾ ਰਾਜਾ ਸੀ ਭੀਮ ਸੈਨ, ਉਹਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਯੂ ਸਟਾਰਟ ਪੇਇੰਗ ਟ੍ਰਿਬਿਊਟ। ਗੁਰੂ ਜੀ ਨੇ ਉਹ ਮਨਾ ਕਰਤਾ। ਗੁਰੂ ਜੀ ਕਹਿੰਦੇ ਨਹੀਂ, ਆਪਾਂ ਕੋਈ ਟ੍ਰਿਬਿਊਟ ਨਹੀਂ ਦੇਣਾ। ਠੀਕ ਹੈ। ਉਹਨੇ ਵਿਜ਼ਿਟ ਕੀਤਾ ਮੁੱਖੋਵਾਲ। ਉਹ ਆ ਗਿਆ ਮੁੱਖੋਵਾਲ। ਉਹ ਮਤਲਬ ਗੁਰੂ ਗੋਬਿੰਦ ਸਿੰਘ ਜੀ ਦੇ ਜਿੱਥੇ ਉਹ ਰਹਿੰਦੇ ਸੀ ਮੁੱਖੋਵਾਲ, ਉੱਥੇ ਉਹ ਆਇਆ। ਆ ਕੇ ਉਹ ਬਹੁਤ ਹੈਰਾਨ ਹੋਇਆ। ਹੈਰਾਨ ਕਿਸ ਗੱਲੋਂ ਹੋਇਆ ਕਿ ਉਹਨੇ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਲਾਈਫ ਸਟਾਈਲ ਜਿਹੜਾ ਸੀਗਾ ਉਹ ਰਾਇਲ ਸੀਗਾ। ਜਿਵੇਂ ਕਿ ਉਹਦੀ ਪ੍ਰੈਪਰੇਸ਼ਨ ਸੀਗੀ ਲੜਾਈਆਂ ਨੂੰ ਲੈ ਕੇ। ਉਹਦੇ ਘੋੜੇ ਕਹਿੰਦੇ ਸੀ ਨੀਲਾ ਘੋੜਾ ਸੀ ਗੁਰੂ ਗੋਬਿੰਦ ਸਿੰਘ ਜੀ ਕੋਲ, ਉਹਨੇ ਦੇਖਿਆ ਸੀ ਕਿ ਨੀਲੇ ਰੰਗ ਦਾ ਘੋੜਾ। ਠੀਕ ਹੈ। ਤਾਂ ਬਹੁਤ ਉਮਦਾ ਕਿਸਮ ਦੇ ਹਾਰਸ ਸੀਗੇ ਔਰ ਵੈਪਨ ਸੀਗੇ। ਅਤੇ ਉਹ ਬੜਾ ਹੈਰਾਨ ਹੋਇਆ। ਉਹਨੂੰ ਲੱਗਿਆ ਕਿ ਜੇ ਆਪਾਂ ਇਹਨੂੰ ਐਜ਼ ਇਟ ਇਜ਼ ਛੱਡ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੂੰ, ਅਤੇ ਕੱਲ੍ਹ ਨੂੰ ਬਿਲਾਸਪੁਰ ਦਾ ਰਾਜਾ ਗੁਰੂ ਗੋਬਿੰਦ ਸਿੰਘ ਜੀ ਹੋ ਸਕਦੇ ਆ। ਤਾਂ ਇਹਨਾਂ ਨੂੰ ਛੱਡਿਆ ਨਹੀਂ ਜਾ ਸਕਦਾ। ਉਹਨੇ ਉਹ ਸਾਰੀ ਤਿਆਰੀ ਨੂੰ ਦੇਖਦੇ ਹੋਏ ਵਾਪਸ ਘਰੇ ਗਿਆ। ਘਰੋਂ ਜਾ ਕੇ 1682 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ 'ਤੇ ਮੱਖੋਵਾਲ 'ਤੇ ਹਮਲਾ ਕਰ ਦਿੱਤਾ। ਮੱਖੋਵਾਲ 'ਤੇ ਹਮਲਾ ਕਰ ਦਿੱਤਾ ਔਰ ਮਤਲਬ ਕਿ ਪਰ ਉਹ ਉੱਥੇ ਉਹ ਹਾਰ ਗਿਆ, ਬੁਰੀ ਤਰੀਕੇ ਨਾਲ ਹਾਰਿਆ। ਗੁਰੂ ਗੋਬਿੰਦ ਸਿੰਘ ਜੀ ਪਹਾੜੀ ਰਾਜਿਆਂ ਦੇ ਨਾਲ ਕੋਈ ਲੜਾਈ ਨਹੀਂ ਕਰਨਾ ਚਾਹੁੰਦੇ ਸੀਗੇ। ਠੀਕ ਹੈ। ਉਹ ਚਾਹੁੰਦੇ ਸੀ ਕਿ ਪਹਾੜੀ ਰਾਜਿਆਂ ਨਾਲ ਸਾਡੇ ਸੰਬੰਧ ਚੰਗੇ ਰਹਿਣ। ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਗਿਆ ਕਿ ਮੱਖੋਵਾਲ ਅਗਰ ਮੈਂ ਰਹਿੰਦਾ ਹਾਂ ਤਾਂ ਲੜਾਈ ਹੋਈ ਜਾਣੀ ਹੈ। ਇਸ ਕਰਕੇ ਉਹਨਾਂ ਨੇ ਮੱਖੋਵਾਲ ਨੂੰ ਛੱਡਣ ਦਾ ਫੈਸਲਾ ਕੀਤਾ। ਔਰ ਛੱਡਣ ਦਾ ਜਦੋਂ ਫੈਸਲਾ ਕੀਤਾ, ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਨਵਾਈਟ ਆਇਆ ਨਾਹਨ ਦੇ ਜਿਹੜੇ ਕਿੰਗ ਸੀਗਾ। ਨਾਹਨ ਦਾ ਕਿੰਗ ਸੀ ਮੇਦਨੀ ਪ੍ਰਕਾਸ਼। ਉਹਦਾ ਕੀ ਨਾਮ ਸੀ? ਮੇਦਨੀ ਪ੍ਰਕਾਸ਼। ਉੱਥੋਂ ਉਹਨਾਂ ਨੇ ਇਨਵਾਈਟ ਆਇਆ, ਪਰ ਗੁਰੂ ਜੀ ਉਹਦੇ ਇਨਵਾਈਟ 'ਤੇ ਗਏ ਨਹੀਂ। ਉੱਥੇ ਗੁਰੂ ਜੀ ਉਸ ਤੋਂ ਵੀ ਅੱਗੇ ਲੰਘ ਕੇ ਚਲੇ ਗਏ ਪਾਉਂਟਾ ਸਾਹਿਬ। ਪਾਉਂਟਾ ਸਾਹਿਬ ਇਹ ਬਿਲੀਫ ਹੈ ਕਿ ਪਾਉਂਟਾ ਸਾਹਿਬ ਸ਼ਹਿਰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਵਸਾਇਆ ਸੀਗਾ। ਪਾਉ ਟਿਕਾ ਪੈਰ ਰੱਖਣਾ। ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਦੇ ਪਹਿਲਾ ਪੈਰ ਰੱਖਿਆ ਸੀ। ਉਹ ਸਾਰਾ ਵੀਰਾਨ ਏਰੀਆ ਸੀਗਾ। ਗੁਰੂ ਗੋਬਿੰਦ ਉਹ ਪੂਰਾ ਏਰੀਆ, ਉੱਥੇ ਕੋਈ ਨਹੀਂ ਰਹਿੰਦਾ ਸੀ, ਹੈਬੀਟੇਸ਼ਨ ਹੈ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਾਰ ਉੱਥੇ ਜਾ ਕੇ ਆਪਣੀ ਹੈਬੀਟੇਸ਼ਨ ਡਿਵੈਲਪ ਕੀਤੀ। ਉਹ ਸ਼ਹਿਰ ਵਸ ਗਿਆ। ਠੀਕ ਹੈ। ਅਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ 52 ਪੋਇਟਸ ਉਹ ਵੀ ਪੈਟਰੋਨਾਈਜ਼ ਕੀਤੇ ਹੋਏ ਸੀਗੇ। ਤਾਂ ਉੱਥੇ 52 ਰਾਜੇ ਰੱਖੇ, ਮਤਲਬ 52 ਰਾਜੇ ਨਹੀਂ, ਪੋਇਟਸ, ਕਵੀ ਉਹ ਰੱਖੇ, ਫਿਲੋਸਫਰ, ਰਾਈਟਰ, ਉਹਨਾਂ ਨੂੰ ਪੈਟਰੋਨਾਈਜ਼ ਕੀਤਾ, ਉਹਨਾਂ ਨੂੰ ਆਪਣੇ ਨਾਲ ਰੱਖਿਆ। ਉਸ ਤੋਂ ਬਾਅਦ ਤੀਸਰੀ ਲੜਾਈ ਨਹੀਂ, ਦੂਸਰੀ ਲੜਾਈ ਬੈਟਲ ਆਫ ਪੰਗਾਣੀ 1686 ਦੇ ਵਿੱਚ। ਹਾਲਾਂਕਿ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਸ਼ਿਫਟ ਹੋ ਚੁੱਕੇ ਸੀਗੇ ਔਰ ਕੋਈ ਲੜਾਈ ਨਹੀਂ ਚਾਹੁੰਦੇ ਸੀਗੇ, ਪਰ ਇਸ ਦੇ ਬਾਵਜੂਦ ਵੀ ਲੜਾਈ ਹੋਈ 1686 ਦੇ ਵਿੱਚ। ਉਹ ਕਿਵੇਂ ਹੋਈ? ਸੇਮ ਜਿਹੜਾ ਭੀਮ ਸੈਨ ਸੀ ਬਿਲਾਸਪੁਰ ਦਾ ਰਾਜਾ, ਉਹਨੇ ਆਪਣੇ ਨਾਲ ਬਹੁਤ ਸਾਰੇ ਦੂਸਰੇ ਰਾਜੇ ਇਕੱਠੇ ਕਰ ਲਏ। ਉਹ ਇੱਕ ਅਲਾਇੰਸ ਬਣਾ ਲਿਆ। ਉਹਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਡਿਫੀਟ ਕਰਨਾ, ਮਾਰਨਾ ਜ਼ਰੂਰੀ ਆ। ਜੇ ਇਹ ਐਵੇਂ ਹੀ ਕੰਟੀਨਿਊ ਕਰ ਗਏ ਤਾਂ ਅਸੀਂ ਇਹਨਾਂ ਨੂੰ ਖਤਮ ਨਾ ਕੀਤਾ ਤੇ ਕੱਲ੍ਹ ਨੂੰ ਇਹ ਸਾਰੇ ਹੀ ਪਹਾੜੀ ਰਾਜਿਆਂ ਨੂੰ, ਸਾਰੇ ਪਹਾੜੀ ਬੜੇ ਜਿਹੜੇ ਈਵਨ ਬਿਲਾਸਪੁਰ ਨੂੰ ਉਹ ਖਤਮ ਕਰ ਦੇਣਗੇ, ਡਿਫੀਟ ਕਰ ਦੇਣਗੇ, ਆਪਣੇ ਆਪ ਨੂੰ ਕਿੰਗ ਡਿਕਲੇਅਰ ਕਰ ਦੇਣਗੇ, ਸਾਡੀ ਹੋਂਦ ਖਤਰੇ 'ਚ। ਉਹਨੇ ਇੱਕ ਅਲਾਇੰਸ ਬਣਾਇਆ, ਦੂਸਰੇ ਬਹੁਤ ਸਾਰੇ ਪਹਾੜੀ ਰਾਜਿਆਂ ਨੂੰ ਲੈ ਕੇ ਅਲਾਇੰਸ ਬਣਾਇਆ ਅਤੇ ਭੰਗਾਣੀ ਨਾਂ ਦੀ ਜਗ੍ਹਾ ਦੇ ਵਿੱਚ ਉੱਥੇ ਗੁਰੂ ਗੋਬਿੰਦ ਸਿੰਘ ਜੀ 'ਤੇ ਹਮਲਾ ਕਰ ਦਿੱਤਾ। ਉੱਥੇ ਭੰਗਾਣੀ ਨਾਂ ਦੀ ਜਗ੍ਹਾ 'ਤੇ ਗੁਰੂ ਗੋਬਿੰਦ ਸਿੰਘ ਜੀ 'ਤੇ ਹਮਲਾ ਕਰ ਦਿੱਤਾ। ਤਾਂ ਉੱਥੇ ਡਿਊਰਿੰਗ ਦਾ ਵਾਰ ਜਦੋਂ ਲੜਾਈ ਚੱਲ ਰਹੀ ਸੀ ਅਤੇ ਇੱਕ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਪਠਾਨ ਰੈਜੀਮੈਂਟ ਸੀਗੀ, ਉੱਥੇ ਹੁਣ ਗੁਰੂ ਗੋਬਿੰਦ ਸਿੰਘ ਜੀ ਕੋਲ ਇੱਕ ਤੋਂ ਵੱਧ ਰੈਜੀਮੈਂਟ ਸੀਗੀਆਂ। ਪਠਾਨ ਰੈਜੀਮੈਂਟ ਪੁਰਾਣੀ ਸੀ, ਜਦੋਂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਬਣਾਈ ਸੀ। ਉਹ ਪਠਾਨ ਰੈਜੀਮੈਂਟ ਸੀ, ਉਹ ਧੋਖਾ ਦੇ ਗਈ। ਗੁਰੂ ਗੋਬਿੰਦ ਸਿੰਘ ਜੀ ਥੋੜ੍ਹਾ ਪਰੇਸ਼ਾਨ ਹੋਏ ਔਰ ਗੁਰੂ ਗੋਬਿੰਦ ਸਿੰਘ ਜੀ ਨੂੰ ਟਾਈਮਲੀ ਪੀਰ ਬੁੱਧੂ ਸ਼ਾਹ ਨੇ ਹੈਲਪ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ
ਜਿਹੜੀ ਕੰਬਾਈਨਡ ਆਰਮੀ ਸੀ ਸਾਰੇ ਪਹਾੜੀ ਰਾਜਿਆਂ ਦੀ ਉਹਨੂੰ ਹਰਾਤਾ। ਠੀਕ ਹੈ, ਤੇ ਹਰਾ ਕੇ ਜਿਹੜੀ ਲੜਾਈ ਆ ਉਹ ਬੜੇ ਫਰੈਂਡਲੀ ਵੇ 'ਚ, ਫਰੈਂਡਲੀ ਮਤਲਬ ਇੱਕ ਐਗਰੀਮੈਂਟ ਹੋਇਆ ਇਹਨਾਂ ਦੇ ਵਿੱਚ ਕਿ ਤੁਸੀਂ ਸਾਨੂੰ ਡਿਸਟਰਬ ਨਹੀਂ ਕਰਨਾ, ਅਸੀਂ ਤੁਹਾਨੂੰ ਡਿਸਟਰਬ ਨਹੀਂ ਕਰਦੇ, ਤਾਂ ਅਸੀਂ ਤੁਹਾਡੇ 'ਤੇ ਹਮਲਾ ਨਹੀਂ ਕਰਦੇ, ਤੁਸੀਂ ਸਾਡੇ 'ਤੇ ਹਮਲਾ ਨਹੀਂ ਕਰਨਾ। ਫਰੈਂਡਲੀ ਵੇ ਦੇ ਵਿੱਚ ਇਹ ਜਿਹੜੀ ਲੜਾਈ ਆ ਉਹ ਖਤਮ ਹੋਈ। ਗੁਰੂ ਗੋਬਿੰਦ ਸਿੰਘ ਜੀ ਇਹ ਲੜਾਈ ਖਤਮ ਹੋਣ ਤੋਂ ਬਾਅਦ ਅਨੰਦਪੁਰ ਸਾਹਿਬ ਵਾਪਸ ਆ ਗਏ, ਕੇਮ ਬੈਕ ਟੂ ਮੱਖੋਵਾਲ ਐਂਡ ਰੀਨੇਮਡ ਇਟ ਐਜ਼ ਅਨੰਦਪੁਰ ਸਾਹਿਬ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਵਾਪਸ ਮੱਖੋਵਾਲ ਆਏ ਜਾਂ ਇਹਨੂੰ ਅਨੰਦਪੁਰ ਸਾਹਿਬ ਦਾ ਨਾਮ ਦਿੱਤਾ, ਤੇ ਇੱਥੇ ਆ ਕੇ 4 ਕਿਲ੍ਹੇ ਬਣਾਏ, ਕਿਲ੍ਹਾ ਕੇਸਗੜ੍ਹ, ਕਿਲ੍ਹਾ ਫਤਿਹਗੜ੍ਹ, ਕਿਲ੍ਹਾ ਆਨੰਦਗੜ੍ਹ ਤੇ ਕਿਲ੍ਹਾ ਲੋਹਗੜ੍ਹ। ਕਦੇ ਕਦੇ ਸਵਾਲ ਆਉਂਦਾ ਚਾਰੋਂ ਕਿਲ੍ਹਿਆਂ ਦਾ ਨਾਮ, ਇਹਨਾਂ 'ਚੋਂ ਕਿਹੜਾ ਕਿਲ੍ਹਾ ਨਹੀਂ ਆ। ਠੀਕ ਹੈ, ਕੇਸਗੜ੍ਹ, ਠੀਕ ਹੈ, ਫਤਿਹਗੜ੍ਹ, ਆਨੰਦਗੜ੍ਹ ਤੇ ਲੋਹਗੜ੍ਹ। ਕੇਸਗੜ੍ਹ, ਫਤਿਹਗੜ੍ਹ, ਆਨੰਦਗੜ੍ਹ, ਲੋਹਗੜ੍ਹ, ਇਹ 4 ਕਿਲ੍ਹੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਵਿੱਚ ਕੰਸਟਰਕਟ ਕਰਵਾਏ। ਤਾਂ ਗੁਰੂ ਗੋਬਿੰਦ ਸਿੰਘ ਜੀ, ਕਿਉਂਕਿ ਉਹ ਫਰੈਂਡਲੀ ਲੜਾਈ ਹੋਈ ਸੀ, ਇਹ ਔਰੰਗਜ਼ੇਬ ਦੀ ਫੋਟੋ ਆ, ਮੁਗਲ ਕਿੰਗ ਔਰੰਗਜ਼ੇਬ। ਤੇ ਗੁਰੂ ਗੋਬਿੰਦ ਸਿੰਘ ਜੀ ਕਿਉਂਕਿ ਉਹ ਫਰੈਂਡਲੀ ਵਿੱਚ ਲੜਾਈ ਹੋਈ ਸੀ, ਖਤਮ ਹੋਈ ਸੀ ਲੜਾਈ ਉਹ ਪਹਿਲੀ ਵਾਰੀ, ਤਾਂ ਬੈਟਲ ਆਫ ਭੰਗਾਣੀ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੋਚਿਆ ਕਿ ਚਲੋ ਨਾ ਤੇ ਉਹਨਾਂ ਨੇ ਹੁਣ ਸਾਡੇ 'ਤੇ ਹਮਲਾ ਕਰਨਾ, ਨਾ ਅਸੀਂ ਉਹਨਾਂ 'ਤੇ ਹਮਲਾ ਕਰਨਾ, ਤੇ ਚਲੋ ਲੈਟਸ ਲਿਵ ਵਿਦ ਪੀਸ, ਹੁਣ ਆਪਾਂ ਸ਼ਾਂਤੀਪੂਰਵਕ ਇੱਥੇ ਰਵਾਂਗੇ। ਪਰ ਇੱਦਾਂ ਹੋਇਆ ਨਹੀਂ। 1688 ਦੇ ਵਿੱਚ 3rd ਬੈਟਲ ਹੋਈ, ਬੈਟਲ ਆਫ ਨਦੌਣ। ਤੇ ਸਾਰੇ ਪਹਾੜੀ ਰਾਜਿਆਂ ਨੇ ਇਹ ਬੈਟਲ ਕਿਵੇਂ ਹੋਈ? ਇਹ ਬੈਟਲ ਵੈਸੇ ਸਿੱਧੀ ਗੁਰੂ ਗੋਬਿੰਦ ਸਿੰਘ ਜੀ ਨਾਲ ਨਹੀਂ ਹੋਈ, ਹੋਇਆ ਐਵੇਂ ਕਿ ਜਿਹੜੇ ਜਿੰਨੇ ਵੀ ਹਿੱਲ ਕਿੰਗ ਸੀਗੇ ਇਹ ਸਾਰੇ ਹੀ ਟ੍ਰਿਬਿਊਟ ਦਿੰਦੇ ਸੀਗੇ ਉਹਨੂੰ, ਮੁਗਲ ਕਿੰਗ ਨੂੰ, ਇਹਨੂੰ ਔਰੰਗਜ਼ੇਬ ਨੂੰ। ਮੁਗਲਾਂ ਨੂੰ ਇਹ ਟ੍ਰਿਬਿਊਟ ਦਿੰਦੇ ਸੀਗੇ, ਮਤਲਬ ਐਨੂਅਲ ਟ੍ਰਿਬਿਊਟ ਦਿੰਦੇ ਸੀ। ਇਹਨਾਂ ਨੇ ਕੀ ਕੀਤਾ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਫਸਾਉਣ ਦੇ ਚੱਕਰ 'ਚ ਕਹਿ ਲਓ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਹਨਾਂ ਨਾਲ ਸਾਰੀ ਲੜਾਈ ਖਤਮ ਹੋ ਗਈ ਭੰਗਾਣੀ ਦੀ, ਸਾਰੇ ਫਰੈਂਡਲੀ ਵੇ 'ਚ ਰਹਿਣ ਲੱਗ ਗਏ, ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਹਨਾਂ ਨੇ ਪਹਾੜੀ ਰਾਜਿਆਂ ਨੇ ਮੁਗਲਾਂ ਨੂੰ ਟ੍ਰਿਬਿਊਟ ਦੇਣਾ ਤੋਂ ਇਨਕਾਰ ਕਰਤਾ। ਉੱਥੇ ਮੈਸੇਜ ਵੀ ਭੇਜ ਦਿੱਤਾ ਕਿ ਸਾਡਾ ਰਾਜਾ ਹੁਣ ਗੁਰੂ ਗੋਬਿੰਦ ਸਿੰਘ ਜੀ ਆ। ਤਾਂ ਜੋ ਉਦੋਂ ਗੋਬਿੰਦ ਰਾਏ ਸੀਗੇ, ਤੇ ਗੋਬਿੰਦ ਰਾਏ ਆ ਸਾਡਾ ਰਾਜਾ। ਤਾਂ ਜਿਹੜੇ ਇਹਦਾ ਔਰੰਗਜ਼ੇਬ ਦਾ ਬੇਟਾ ਸੀ ਪ੍ਰਿੰਸ, ਉਹਨੇ ਪਹਾੜੀ ਰਾਜਿਆਂ 'ਤੇ ਹਮਲਾ ਕਰਤਾ, ਸਾਰੇ ਪਹਾੜੀ ਰਾਜਿਆਂ 'ਤੇ ਹਮਲਾ ਕਰਤਾ। ਤਾਂ ਪਹਾੜੀ ਰਾਜਿਆਂ 'ਤੇ ਜਦੋਂ ਹਮਲਾ ਹੋਇਆ ਤਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਅਪਰੋਚ ਕੀਤਾ ਕਿ ਸਾਨੂੰ ਬਚਾਓ। ਗੁਰੂ ਗੋਬਿੰਦ ਸਿੰਘ ਜੀ ਨੇ ਗਏ, ਠੀਕ ਹੈ, ਜਾ ਕੇ, ਪਰ ਇੱਥੇ ਇੱਕ ਜਿਹੜੀ ਇੱਥੇ ਹੋਇਆ ਕਿ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਮਿਲ ਕੇ ਜਿਹੜਾ ਉਹਦਾ ਜਨਰਲ ਸੀਗਾ, ਮੁਗਲ ਜਨਰਲ, ਮੁਗਲ ਆਰਮੀ ਦਾ ਜਨਰਲ ਅਲਪ ਖਾਨ, ਅਲਪ ਖਾਨ ਆ, ਉਹਨੂੰ ਹਰਾਤਾ। ਠੀਕ ਹੈ, ਉਹਨੂੰ ਹਰਾਤਾ। ਔਰ ਉਹਦੇ ਹਾਰਨ ਦੇ ਨਾਲ ਉਹ ਮੁਗਲ ਜਿਹੜੇ ਸੀਗੇ ਉਹ ਬਹੁਤ ਪਰੇਸ਼ਾਨ ਹੋ ਗਏ, ਜਾਂ ਕਹਿ ਲਓ ਇਹ ਮੈਸੇਜ ਔਰੰਗਜ਼ੇਬ ਤੱਕ ਪਹੁੰਚ ਗਿਆ ਕਿ ਉਹਨਾਂ ਨੇ ਹਰਾਤਾ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਮੀਡੀਏਸ਼ਨ ਕਰਕੇ ਪਹਾੜੀ ਰਾਜਿਆਂ ਨੂੰ ਇਹ ਕਹਿਤਾ ਕਿ ਤੁਸੀਂ ਯੂ ਕੰਟੀਨਿਊ ਟੂ ਪੇ ਟ੍ਰਿਬਿਊਟ ਟੂ ਮੁਗਲਸ, ਮੁਗਲਾਂ ਨੂੰ ਆਪਣਾ ਜਿਹੜਾ ਟ੍ਰਿਬਿਊਟ ਆ ਉਹ ਦਿੰਦੇ ਰਹਿਣਾ। ਉਹਦੇ ਨਾਲ ਕੀ ਆ ਕਿ ਤਾਂ ਕਿ ਕੋਈ ਜਿਹੜਾ ਲੜਾਈ ਝਗੜਾ ਮੁਗਲਾਂ ਦਾ ਉਹ ਪਹਾੜੀ ਰਾਜਿਆਂ ਦਾ ਆਪਸ ਵਿੱਚ ਹੀ ਨਾ ਹੋਵੇ। ਪੋਸਟ ਖਾਲਸਾ ਬੈਟਲਸ, ਪ੍ਰੀ ਨਹੀਂ ਹੈ, ਪੋਸਟ ਹੈ। ਪੋਸਟ ਖਾਲਸਾ ਬੈਟਲਸ, ਸਭ ਤੋਂ ਪਹਿਲੀ ਜਿਹੜੀ ਬੈਟਲ ਹੋਈ ਸੀ ਉਹ ਸੀ 1701 ਦੇ ਵਿੱਚ, ਬੈਟਲ ਆਫ ਅਨੰਦਪੁਰ ਸਾਹਿਬ। 1701 ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ। ਤਾਂ ਇਹ ਕਿਵੇਂ ਹੋਈ ਸੀ? ਇਹ ਵੀ ਸੇਮ, ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋ ਗਈ 1699 ਦੇ ਵਿੱਚ, ਤੇ ਖਾਲਸਾ ਪੰਥ ਦੀ ਸਥਾਪਨਾ ਦੇ ਦੌਰਾਨ ਜਾਂ ਉਸ ਤੋਂ ਬਾਅਦ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਫੋਲੋਅਰ ਸੀਗੇ ਉਹ ਇੰਨੇ ਜ਼ਿਆਦਾ ਵੱਧ ਗਏ, ਔਰ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਤੋਂ ਉਹ ਫੋਲੋਅਰਸ ਆਏ। ਜਿਵੇਂ ਆਪਾਂ ਪਹਿਲੇ ਪੰਜ ਪਿਆਰਿਆਂ ਦੀ ਗੱਲ ਕਰਦੇ ਹਾਂ, ਉਹ ਵੀ ਕੋਈ ਦਵਾਰਕਾ ਤੋਂ ਸੀ, ਹੈ ਨਾ, ਕੋਈ ਦਿੱਲੀ ਤੋਂ ਸੀ, ਕੋਈ ਉੜੀਸਾ ਤੋਂ ਸੀ। ਉਹਦੇ ਨਾਲ ਵੀ
मतलब एक पता चलिਆ कि गुरु गोबिंद सिंह जी की जिहड़ी फैन फॉलोइंग आ वो पैन इंडिया है, लगभग सारे देश दे विच है। ਤਾਂ गुरु पहाड़ी राजे जिहड़े सीगे वो बड़े मतलब कि वो भी दोबारा इनसिक्योर फील करन लग गए कि बई हुण ये समा आ जदों गुरु गोबिंद सिंह जी अपने आप नूं किंग डिकलेयर कर देणगे। किंग डिकलेयर करनगे तो जे किंग डिकलेयर कर दिता हुण तां इन्हां दे कोले ताकत इन्नी आ गई है कि तां पहलां भी ये सानूं किसी नूं भी हरा दिंदे सीगे, इन्हां ने हराया भी है। हुण इन्हां कोले इन्नी ताकत आ गई है कि जे ये चाहण तो जो मर्जी सानूं हरा सकते हैं, है ना। तो उन्होंने आनंदपुर साहब ते हमला कर दिता, आनंदपुर साहब के किले नूं घेर लिया। आनंदपुर साहब के किले नूं घेर लिया और ये काफ़ी लंबा घेराबंदी सीगी ते ये लड़ाई होंदी रही। गुरु गोबिंद सिंह जी उन्हां दीयां फौजां आनंदपुर साहब के किले के अंदर सीगियां ते गुरु गोबिंद सिंह जी वो बाहरों सारे पहाड़ी राजियां ने अपनियां फौजां दे नाल किले नूं घेरिया होया सीगा, पर ये वो ज़्यादा देर तक घेराबंदी मेनटेन नहीं हुई। फाइनली गुरु गोबिंद सिंह जी उन्होंने बुलाया, गलबात हुई और फिर वही एग्रीमेंट टाइप होया कि तुसीं असीं तुहाडे ते हमला नहीं करते, तुसीं साडे ते हमला नहीं करो, तो घेराबंदी खत्म हो गई। पहली जिहड़ी आनंदपुर साहब की बैटल सी वो 1701 दे विच हुई। इहदे विच फिर वो भीमसैन ही सारे पहाड़ी राजिਆਂ ਨੂੰ इकट्ठे करके लैके आया सीगा, बिलासपुर का किंग भीमसैन। दूसरी बैटल सी बैटल ऑफ निरमोह 1702 दे विच। बैटल ऑफ निरमोह ये भी सेम अगले साल, हालांकि पहली जिहड़ी घेराबंदी सी वो फ्रेंडली एग्रीमेंट के नाल खत्म हुई सी, तुसीं सानूं कुछ नहीं कहना, असीं तुहानूं कुछ नहीं कहंदे। पर भीमसैन जिहड़ा सीगा ओह दोबारा फिर उन्हें सारे पहाड़ी राजे नूं इकट्ठे किया। हुण इस बार थोड़ी चेंज की सीगी, भीमसैन पहाड़ी राजे इकट्ठे होकर मुगल गवर्नर जिहड़ा पंजाब दा सी उहदे कोल गए सीगे। तां उहदे विच कोल जाके उहदे कोलों पूरी हैल्प लई मुगल गवर्नर ने अपनी पूरी फौज दित्ती सारे पहाड़ी राजिਆਂ ਨੂੰ। इन्हां ने निरमोह नां दी जगह के उत्ते उत्थे गुरु गोबिंद सिंह ते हमला करता। ये एक होर चीज़ ऐड करने लायक है, गुरु गोबिंद सिंह जी ताकि कोई लड़ाई ना होवे ये बसौली नां दी जगह के उत्ते शिफ्ट हो गए सीगे। बसौली का किंग सीगा धर्मपाल। बसौली एक जगह का नाम है हिमाचल प्रदेश के विच। गुरु जी उत्थे चले गए सीगे और गुरु जी ने सोचा सीगा कि जे मैं इत्थे आनंदपुर साहब ही रहना है तो दोबारा साडी लड़ाई होगी, लड़ाई ना होवे इस चीज़ नूं लैके गुरु गोबिंद सिंह जी बसौली शिफ्ट हो गए सी। पर बसौली शिफ्ट होने के बावजूद भी पहाड़ी राजिਆਂ ने मुगल गवर्नर ऑफ पंजाब की हैल्प के नाल दोबारा गुरु गोबिंद सिंह जी ते हमला किया। निरमोह नां दी जगह के उत्ते लड़ाई हुई और इस लड़ाई दे विच जिहड़े कंबाइंड फोर्सिस वो हार गईयां। ये मुगल फौज ने मुगलों ने भी अपनी फौज भेजी सी पहाड़ी राजिਆਂ की सपोर्ट के विच, वो भी हार गई। ये एक टर्निंग पॉइंट साबित होया क्योंकि ये वो लड़ाई सी जिस तो बाद मुगल जिहड़ी फौज सीगी वो डायरैक्टली गुरु गोबिंद सिंह जी के नाल लड़ाई दे विच आई, क्योंकि इस तो पहला मुगल फौज टू लार्ज एक्सटेंट न्यूट्रल सी ते इन्हां दी लड़ाई लगातार जिहड़ियां 4-5 लड़ाइयां हुईयां जिन्नियां बहसबाजी हुई वो सारी पहाड़ी राजिਆਂ नाल सीगी। पर जदों निरमोह की लड़ाई हुई वो जो मुगलों की फौज भी हार गई तो उस तो बाद अगला जोड़ा 1704 के अगली सैकेंड बैटल ऑफ पानी आनंदपुर साहब 1704 के वो दोबारा लड़ाई हुई आनंदपुर साहब की। हुण जी मुगल आर्मी सी वो मोहरे सी ते उहदी सपोर्ट सी उन्होंने पहाड़ी राजिਆਂ की। तो हुण चीज़ां डिफरेंट हो गई। हुण मुगल आर्मी जी सी उन्हें फ्रंट सीट लई, उहदे पिछे पहाड़ी राजे उन्होंने सपोर्ट दे विच सीगे ते आनंदपुर साहब का जिहड़ा किला सीगा उहनूं घेर लिया। आनंदपुर साहब का किले नूं चारों पासियां तो मुगलों ने मुगल प्लस जिहड़े पहाड़ी राजे सीगे उन्हां दी आर्मी ने मुगल आर्मी ने घेर लिया। तो वो घेराबंदी बहुत लंबी चली। ये घेराबंदी इन्नी खतरनाक सी कि बाहरों इन्हां दी टोटल रसद बाहरों इन्हां दा सारा कुछ बैन कर दिता ते अंदर बड़ी प्रॉब्लम आ गई। ये 8 महीने तक घेराबंदी चली। 8 महीने तक गुरु गोबिंद सिंह जी
ਉਹਦੀਆਂ ਫੌਜਾਂ ਲਗਾਤਾਰ ਲੜਦੀਆਂ ਰਹੀਆਂ। 8 ਮਹੀਨੇ ਤੱਕ ਉਹ ਕਿਲੇ ਜਿਹੜੇ 4 ਕਿਲੇ ਉਹਨਾਂ ਨੇ ਬਣਾਏ ਸੀਗੇ ਉਹਦੇ ਅੰਦਰ ਸੀ, ਔਰ ਚਾਰੋਂ ਪਾਸਿਆਂ ਤੋਂ ਸਾਰੇ ਮੁਗਲ ਆਰਮੀ ਹੁਣ ਬਹੁਤ ਵੱਡੀ ਸੀ, ਉਹਨਾਂ ਨੇ ਘੇਰ ਲਿਆ। ਇਸ ਦੌਰਾਨ ਇੱਕ ਇੰਪੋਰਟੈਂਟ ਘਟਨਾ ਕੀ ਹੋਈ, ਉਹ ਸੀਗੀ 40 ਜਿਹੜੇ ਸੋਲਜਰ ਸੀਗੇ ਉਹਨਾਂ ਨੇ ਬੇਦਾਵਾ ਲਿਖ ਦਿੱਤਾ। ਜਦੋਂ ਭੁੱਖੇ ਮਰਨ ਵਾਲੀ ਹਾਲਤ ਹੋਈ ਤਾਂ ਇੱਕ 40 ਸਿਪਾਹੀ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ, ਉਹਨਾਂ ਨੇ ਬੇਦਾਵਾ ਲਿਖ ਦਿੱਤਾ। ਉਹਨਾਂ ਨੇ ਕਿਹਾ ਬੇਦਾਵਾ ਮਤਲਬ ਕੋਈ ਦਾਵਾ ਨਹੀਂ, ਹੈ ਨਾ। ਤਾਂ ਉਹਨਾਂ ਨੇ ਲਿਖ ਕੇ ਤਾਂ ਕਿਲਾ ਛੱਡ ਕੇ ਚਲੇ ਗਏ। ਕਿਲਾ ਛੱਡ ਕੇ ਚਲੇ ਗਏ, ਗੁਰੂ ਗੋਬਿੰਦ ਸਿੰਘ ਜੀ ਨੂੰ ਵਿੱਚ ਮਜ਼ੇਦਾਰ 'ਚ ਧੋਖਾ ਦੇ ਕੇ ਚਲੇ ਗਏ। ਮਾਤਾ ਗੁਜਰੀ ਜੀ ਦੇ ਕਹਿਣ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਕਿਲੇ ਨੂੰ ਛੱਡ ਕੇ ਤਾਂ ਨਿਕਲ ਗਏ। ਕਿਲੇ ਨੂੰ ਛੱਡ ਕੇ ਚਲੇ ਗਏ। ਅਤੇ ਇਸ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਕਿਲਾ ਛੱਡ ਕੇ ਚਲੇ ਗਏ। ਅਤੇ ਮੁਗਲ ਫੌਜਾਂ ਪਿੱਛੇ ਰਹਿ ਗਈਆਂ, ਜਾਂ ਕਹਿ ਲਓ ਮੁਗਲ ਫੌਜਾਂ ਉਹਨਾਂ ਦਾ ਪਿੱਛਾ ਕਰਨ ਲੱਗ ਗਈਆਂ। ਜਦੋਂ ਗੁਰੂ ਗੋਬਿੰਦ ਸਿੰਘ ਜੀ ਕਿਲਾ ਛੱਡ ਕੇ ਗਏ, ਉੱਥੇ ਇੱਕ ਬਹੁਤ ਇੰਪੋਰਟੈਂਟ ਬੈਟਲ ਹੋਈ, ਉਹਨੂੰ ਕਹਿੰਦੇ ਆ ਬੈਟਲ ਆਫ ਟਿੱਬੀ, ਸ਼ਾਹੀ ਟਿੱਬੀ। ਬੈਟਲ ਆਫ ਸ਼ਾਹੀ ਟਿੱਬੀ ਇਹ 1704 ਦੇ ਵਿੱਚ ਹੋਈ ਸੀ। ਬੈਟਲ ਆਫ ਸ਼ਾਹੀ ਟਿੱਬੀ ਇਹ 1704 ਦੇ ਵਿੱਚ ਹੋਈ ਸੀ, ਬੈਟਲ ਆਫ ਸ਼ਾਹੀ ਟਿੱਬੀ। ਔਰ ਇਹ ਕਿਵੇਂ ਹੋਈ ਸੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਗਏ ਕਿਲਾ ਛੱਡ ਕੇ ਅਤੇ ਮੁਗਲ ਫੌਜਾਂ ਉਹਨਾਂ ਦੇ ਪਿੱਛੇ ਲੱਗ ਗਈਆਂ। ਮੁਗਲ ਫੌਜਾਂ ਜਦੋਂ ਉਹਨਾਂ ਦੇ ਪਿੱਛੇ ਲੱਗ ਗਈਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਿਪਾਹੀ ਸੀ, ਉਹਦਾ ਨਾਂ ਸੀ ਉਦੇ ਸਿੰਘ, ਜਨਰਲ ਸੀਗਾ, ਆਰਮੀ ਜਨਰਲ ਗੁਰੂ ਗੋਬਿੰਦ ਸਿੰਘ ਜੀ ਦੀ ਆਰਮੀ ਦਾ, ਉਹਦਾ ਨਾਂ ਸੀ ਉਦੇ ਸਿੰਘ। ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ 50 ਸੋਲਜਰ ਦਿੱਤੇ, 50 ਸੋਲਜਰਸ, ਔਰ ਇੱਕ ਟਿੱਬੀ ਸੀ, ਸ਼ਾਹੀ ਟਿੱਬੀ ਉਹਦਾ ਨਾਮ ਸੀ ਜਗ੍ਹਾ ਦਾ। ਉੱਥੇ ਉਹਨਾਂ ਨੇ ਕਿਹਾ ਕਿ ਯੂ ਸਟਾਪ ਦਾ ਮੁਗਲ ਫੋਰਸਿਸ ਹੇਅਰ, ਤੁਸੀਂ ਇਹ ਸਾਡਾ ਪਿੱਛਾ ਕਰ ਰਹੀਆਂ, ਆਪਾਂ ਸੇਫਲੀ ਸਾਡੀ ਆਰਮੀ ਜਾਂ ਸਾਡੇ ਜਿੰਨੇ ਵੀ ਹੋਰ ਬੰਦੇ ਹੈਗੇ ਆ, ਕਿਉਂਕਿ ਉਹਦੇ ਨਾਲ ਸਿਵਿਲੀਅਨ ਵੀ ਬਹੁਤ ਸਾਰੇ ਸੀਗੇ, ਅਸੀਂ ਉਹਨਾਂ ਨੂੰ ਲੈ ਕੇ ਇੱਥੋਂ ਸੇਫ ਪਲੇਸਿਸ 'ਤੇ ਜਾਵਾਂਗੇ। ਤਾਂ ਤੁਸੀਂ ਕੀ ਕਰਨਾ, ਇਹ ਫੌਜਾਂ ਨੂੰ ਜਿੰਨੀ ਵੱਧ ਤੋਂ ਵੱਧ ਦੇਰ ਤੱਕ ਰੋਕ ਸਕਦੇ ਆ ਰੋਕ ਕੇ ਰੱਖਣਾ, ਹੈ ਨਾ। ਇਹ ਉਹਨਾਂ ਦਾ ਕੰਮ ਸੀਗਾ। ਅਤੇ 50 ਸੋਲਜਰ ਦਿੱਤੇ, ਸਾਰੇ 50 ਦੇ 50 ਸੋਲਜਰ ਔਰ ਉਦੇ ਸਿੰਘ ਸਾਰੇ ਦੇ ਸਾਰੇ ਇਹ ਸ਼ਾਹੀ ਟਿੱਬੀ ਦੇ ਵਿੱਚ ਇਹਨਾਂ ਨੂੰ ਸ਼ਹਾਦਤ ਪ੍ਰਾਪਤ ਹੋਈ, ਇਹਨਾਂ ਦੀ ਮਾਰਟਰਡਮ ਸ਼ਹੀਦੀ ਹੋਈ, ਸਾਰੇ ਇੱਥੇ ਮਾਰੇ ਗਏ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇਸ ਦੌਰਾਨ ਉਹ ਸ਼ਾਹੀ ਟਿੱਬੀ ਤੋਂ ਨਿਕਲ ਕੇ ਅੱਗੇ ਚਲੇ ਗਏ। ਇੱਥੇ ਇੱਕ ਹੋਰ ਇੰਪੋਰਟੈਂਟ ਘਟਨਾ ਹੋਈ, ਉਹ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਰਿਵਰ ਕ੍ਰੋਸ ਕੀਤਾ। ਕਿਹੜਾ ਰਿਵਰ? ਸਿਰਸਾ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸਿਰਸਾ ਰਿਵਰ ਕ੍ਰੋਸ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਸਾਰਾ ਆਪਣਾ ਹੱਥੀਂ ਲਿਖਿਆ ਹੋਇਆ ਲਿਟਰੇਚਰ ਇੱਥੇ ਤਬਾਹ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਸਾਰੇ ਸੋਲਜਰ ਵੀ ਮਾਰੇ ਗਏ, ਕਿਉਂਕਿ ਇਹ ਸਿਰਸਾ ਰਿਵਰ ਜਿਹੜਾ ਸੀਗਾ ਓਵਰਫਲੋਡ ਰਿਵਰ ਸੀਗਾ, ਔਰ ਦਰਿਆ ਦੇ ਵਿੱਚ ਹੜ੍ਹ ਆਇਆ ਹੋਇਆ ਸੀਗਾ। ਪਰ ਉਸ ਸਮੇਂ ਦੇ ਵਿੱਚ ਇਹਨੂੰ ਕ੍ਰੋਸ ਕਰਨਾ ਬਹੁਤ ਜ਼ਰੂਰੀ ਸੀ, ਰਾਤ ਦਾ ਸਮਾਂ ਸੀ ਜਦੋਂ ਇਹਨੂੰ ਕ੍ਰੋਸ ਕੀਤਾ ਗਿਆ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਕ੍ਰੋਸ ਕੀਤਾ, ਆਪਣੇ ਬਹੁਤ ਸਾਰੇ ਸਿਪਾਹੀਆਂ ਨੂੰ, ਸੋਲਜਰਸ ਨੂੰ ਇਹਨੂੰ ਕ੍ਰੋਸ ਕਰਨ ਲਈ ਕਿਹਾ, ਅਤੇ ਸਾਰਿਆਂ ਨੇ ਕ੍ਰੋਸ ਕੀਤਾ। ਰਿਵਰ ਨੂੰ ਕ੍ਰੋਸ ਕਰਦੇ ਹੋਏ ਬਹੁਤ ਨੁਕਸਾਨ ਹੋਇਆ। ਦੂਸਰੀ ਇੰਪੋਰਟੈਂਟ ਘਟਨਾ ਇਹ ਵੀ ਹੋਈ ਕਿ ਜਿਹੜੇ ਛੋਟੇ ਸਾਹਿਬਜ਼ਾਦੇ ਸੀਗੇ ਅਤੇ ਇਹਨਾਂ ਦੀ ਦਾਦੀ ਜੀ ਉਹ ਅਲੱਗ ਹੋ ਗਏ, ਛੋਟੇ ਸਾਹਿਬਜ਼ਾਦੇ ਉਹਨਾਂ ਦੀ ਦਾਦੀ ਜੀ, ਔਰ ਗੁਰੂ ਗੋਬਿੰਦ ਸਿੰਘ ਜੀ ਔਰ ਬੜੇ ਸਾਹਿਬਜ਼ਾਦੇ ਉਹ ਅਲੱਗ ਹੋ ਗਏ। ਇੱਥੇ ਵਿਛੋੜਾ ਹੋ ਗਿਆ, ਵਿਛੋੜਾ ਹੋਇਆ। ਔਰ ਛੋਟੇ ਸਾਹਿਬਜ਼ਾਦੇ ਬਾਅਦ 'ਚ ਆਪਾਂ ਦੇਖਦੇ ਹਾਂ ਕਿਵੇਂ ਉਹਨਾਂ ਦੀ ਸ਼ਹਾਦਤ ਹੋਈ। ਬਾਅਦ ਦੇ ਵਿੱਚ ਉਹ ਛੋਟੇ ਸਾਹਿਬਜ਼ਾਦੇ ਪੈਦਲ ਸਰਹੰਦ ਵਾਲੀ ਸਾਈਡ ਨੂੰ ਚਲੇ ਗਏ। ਫਿਰ ਉਹ ਕੌਣ ਸੀ, ਮੈਂ ਨਾਂ ਭੁੱਲ ਗਿਆ, ਬਾਹਮਣ, ਕੀੜਾ ਬਾਹਮਣ, ਉਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਬਾਰੇ ਵਜ਼ੀਰ ਖਾਨ ਦੇ ਸਿਪਾਹੀਆਂ ਨੂੰ ਇਤਲਾਹ ਦੇ ਦਿੱਤੀ। ਉਹਨੂੰ ਤਾਂ ਉਹ ਬਾਅਦ 'ਚ ਮਾਤਾ ਜੀ ਔਰ ਛੋਟੇ ਸਾਹਿਬਜ਼ਾਦੇ ਇਹ ਅਰੈਸਟ ਹੋ ਗਏ, ਸਰਹੰਦ ਲੈ ਕੇ ਗਏ। ਸਰਹੰਦ ਨੀਹਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਚਿਣਵਾਇਆ ਗਿਆ। ਮਾਤਾ ਜੀ ਦੀ ਵੀ ਡੈਥ ਹੋ ਗਈ, ਮਾਤਾ ਗੁਜਰੀ। ਤਾਂ ਉਹ ਸ਼ਹਾਦਤ, ਤਿੰਨਾਂ ਦੀ ਸ਼ਹਾਦਤ ਹੋਈ, ਮਾਤਾ ਗੁਜਰੀ ਅਤੇ ਉਹ ਛੋਟੇ ਸਾਹਿਬਜ਼ਾਦੇ। ਇਹ ਸਾਰੇ ਜਿਹੜੇ ਆ, ਮਾਤਾ ਗੁਜਰੀ ਬਜ਼ੁਰਗ ਸੀ ਉਦੋਂ, ਤਾਂ ਉਹਨਾਂ ਦੀ ਸ਼ਹਾਦਤ ਹੋਈ। ਇੱਥੋਂ ਗੁਰੂ ਗੋਬਿੰਦ ਸਿੰਘ ਜੀ ਅੱਗੇ ਲਿਖੇ। ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਪਹੁੰਚੇ। ਚਮਕੌਰ ਦੇ ਵਿੱਚ ਇੱਕ ਛੋਟਾ ਕਿਲ੍ਹਾ ਸੀ, ਤਾਂ
ਜਿੱਥੇ ਗੁਰੂ ਗੋਬਿੰਦ ਸਿੰਘ ਜੀ ਉਹ ਲੜਾਈ ਹੋਈ ਬੈਟਲ ਆਫ ਚਮਕੌਰ ਸਾਹਿਬ 1704 ਦੇ ਵਿੱਚ। ਬੈਟਲ ਆਫ ਚਮਕੌਰ ਸਾਹਿਬ 1704 ਦੇ ਵਿੱਚ ਬੈਟਲ ਆਫ ਚਮਕੌਰ ਸਾਹਿਬ ਹੋਈ। ਤੇ ਇਹ ਬੜੀ ਮਤਲਬ ਭਿਆਨਕ ਬੈਟਲ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਸੋਲਜਰ ਬਹੁਤ ਘੱਟ ਸੀ। ਤੇ ਇਸ ਉਹ ਕਿਲੇ ਨੂੰ, ਉਸ ਬਿਲਡਿੰਗ ਨੂੰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਅੰਦਰ ਬੰਦ ਹੋਏ ਸੀ ਜਾਂ ਉੱਥੇ ਰੁਕੇ ਹੋਏ ਸੀ, ਉਸ ਬਿਲਡਿੰਗ ਨੂੰ ਚਾਰਾਂ ਪਾਸਿਆਂ ਤੋਂ ਮੁਗਲ ਸੈਨਾ ਨੇ ਘੇਰਾ ਪਾ ਲਿਆ ਸੀ। ਗੁਰੂ ਗੋਬਿੰਦ ਸਿੰਘ ਜੀ ਕੋਲ ਇਹ ਆਪਸ਼ਨ ਨਹੀਂ ਸੀਗਾ ਕਿ ਉਹ ਅੰਦਰ ਰੁਕ ਸਕਦੇ। ਇਸ ਕਰਕੇ ਉਹਨਾਂ ਨੇ, ਜਿਵੇਂ ਆਪਾਂ ਉਹ ਚਾਰ ਸਾਹਿਬਜ਼ਾਦੇ ਮੂਵੀ ਦੇ ਵਿੱਚ ਵੀ ਦੇਖਿਆ ਕਿ ਉਹ 5-5 ਦਾ ਜਥਾ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਭੇਜਦੇ ਸੀਗੇ। ਅਤੇ ਉਹ 5-5 ਅੰਦਰ, ਕਿਉਂਕਿ ਉਹ ਸਿੱਧੀ ਲੜਾਈ ਲੜਦੇ ਸੀਗੇ, ਵੱਧ ਤੋਂ ਵੱਧ ਲੋਕਾਂ ਨੂੰ ਮਾਰਨਾ ਉਹਨਾਂ ਦਾ ਟਾਰਗੇਟ ਸੀਗਾ। ਅਤੇ ਮਾਰ ਕੇ ਵੱਧ ਤੋਂ ਵੱਧ ਲੋਕਾਂ ਨੂੰ ਫਿਰ ਉਹਨਾਂ ਨੇ ਆਪ ਵੀ ਸ਼ਹਾਦਤ ਹੋਈ, ਆਪ ਵੀ ਮਰਨਾ ਹੀ ਸੀਗਾ, ਕਿਉਂਕਿ ਪਤਾ ਹੀ ਸੀਗਾ ਕਿ ਉਹ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ, ਇੱਧਰੋਂ ਸਿਰਫ 5 ਬੰਦੇ ਜਾ ਰਹੇ ਆ। ਤਾਂ ਇਸ ਦੌਰਾਨ ਉਹ 5 ਬੰਦੇ 5-5 ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਲਗਭਗ ਸਾਰੇ ਸੋਲਜਰ ਸ਼ਹੀਦ ਹੋਏ। ਇੱਥੇ ਜੋ ਬੜੇ 2 ਸਾਹਿਬਜ਼ਾਦੇ ਸੀਗੇ ਉਹਨਾਂ ਦੀ ਸ਼ਹਾਦਤ ਜਿਹੜੀ ਆ ਉਹ ਵੀ ਬੈਟਲ ਆਫ ਚਮਕੌਰ ਸਾਹਿਬ ਦੇ ਵਿੱਚ ਹੋਈ। ਇਹ 2 ਸਾਹਿਬਜ਼ਾਦਿਆਂ ਦਾ ਨਾਮ ਸੀ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ। ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ, ਇਹਨਾਂ 2 ਸਾਹਿਬਜ਼ਾਦਿਆਂ ਦੀ ਸ਼ਹਾਦਤ ਵੀ ਹੋਈ। ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਦੇ ਦੰਗਲਾਂ ਦੇ ਵਿੱਚ ਪਹੁੰਚੇ। ਮਾਛੀਵਾੜਾ ਦੇ ਜੰਗਲਾਂ ਦੇ ਵਿੱਚ ਪਹੁੰਚੇ। ਮਾਛੀਵਾੜਾ ਜੰਗਲਾਂ ਦੇ ਵਿੱਚ ਇੱਕ ਘਰ ਸੀ ਉਹਨਾਂ ਦੇ, ਕਿਸੇ ਉਹਨਾਂ ਦੇ ਜਿਹੜੇ ਚੇਲੇ ਸੀਗੇ, ਉਹਨਾਂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਫੋਲੋਅਰ ਸੀਗੇ, 2 ਉਹਨਾਂ ਦੇ ਘਰੇ ਪਹੁੰਚੇ। ਉਹਨਾਂ ਦਾ ਨਾਮ ਸੀਗਾ ਭਾਈ ਗਨੀ ਖਾਨ ਅਤੇ ਭਾਈ ਨਬੀ ਖਾਨ। ਭਾਈ ਨਬੀ ਖਾਨ, ਭਾਈ ਗਨੀ ਖਾਨ, ਉਹ ਉਹਨਾਂ ਦਾ ਨਾਮ ਸੀ। ਇਹ ਉਹਨਾਂ ਦੇ ਘਰੇ ਪਹੁੰਚ ਗਏ। ਤਾਂ ਉੱਥੇ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ, ਇਹਨਾਂ ਦੋ ਬੰਦਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਹੈਲਪ ਕੀਤੀ, ਤਾਂ ਕਿ ਕਿਉਂਕਿ ਮਾਛੀਵਾੜਾ ਦਾ ਜਿਹੜਾ ਜੰਗਲ ਸੀਗਾ ਉਹਨੂੰ ਵੀ ਚਾਰੋਂ ਪਾਸਿਆਂ ਤੋਂ ਘੇਰ ਲਿਆ ਸੀਗਾ। ਮਾਛੀਵਾੜਾ ਜੰਗਲ, ਮੁਗਲ ਫੌਜਾਂ ਨੇ ਚਾਰੋਂ ਪਾਸਿਆਂ ਦੇ ਜੰਗਲ ਨੂੰ ਵੀ ਘੇਰ ਲਿਆ ਸੀਗਾ। ਤਾਂ ਪਹਿਲਾਂ ਜਿਵੇਂ ਚਮਕੌਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਨਿਕਲ ਗਏ, ਮਾਛੀਵਾੜਾ ਜੰਗਲ 'ਚ ਪਹੁੰਚੇ। ਮਾਛੀਵਾੜਾ ਜੰਗਲ ਦੇ ਵਿੱਚ ਵੀ ਘੇਰ ਲਿਆ। ਮਾਛੀਵਾੜਾ ਜੰਗਲ ਦੇ ਵਿੱਚ ਇੱਕ ਘਰ ਨਬੀ ਖਾਨ ਅਤੇ ਗਨੀ ਖਾਨ ਦਾ ਘਰ ਸੀਗਾ, ਉਹਨਾਂ ਦੇ ਘਰੇ ਪਹੁੰਚੇ। ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਹੈਲਪ ਕੀਤੀ, ਦੋਨਾਂ ਜਣਿਆਂ ਨੇ। ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾਇਆ। ਠੀਕ ਹੈ, ਉੱਚ ਦਾ ਪੀਰ। ਉੱਚ ਦਾ ਪੀਰ ਮਤਲਬ ਇੱਕ ਪੀਰ ਹੋ ਗਿਆ, ਹੈ ਨਾ। ਇਹਨਾਂ ਨੇ ਪੀਰ ਬਣਾਇਆ ਔਰ ਉਹਨਾਂ ਨੂੰ ਇੱਕ ਪਾਲਕੀ ਦੇ ਵਿੱਚ ਬਿਠਾਇਆ ਔਰ ਪਾਲਕੀ ਦੇ ਵਿੱਚ ਬਿਠਾ ਕੇ ਮਾਛੀਵਾੜੇ ਦੇ ਜੰਗਲਾਂ 'ਚੋਂ ਕੱਢ ਕੇ ਬਾਹਰ ਲੈ ਗਏ। ਤਾਂ ਇਹ ਇਸ ਤਰੀਕੇ ਦੇ ਨਾਲ ਮਾਛੀਵਾੜੇ ਜੰਗਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਲਗਭਗ ਇਕੱਲੇ ਸੀਗੇ, ਜਾਂ ਕਹਿ ਲਓ ਬਹੁਤ ਥੋੜ੍ਹੇ ਉਹਨਾਂ ਦੇ ਨਾਲ ਸੋਲਜਰ ਸੀਗੇ, ਕਿਉਂਕਿ ਇਹਨਾਂ ਦੇ ਜ਼ਿਆਦਾਤਰ ਸੋਲਜਰ ਜਿਹੜੇ ਸੀ ਚਮਕੌਰ ਦੀ ਲੜਾਈ ਦੇ ਵਿੱਚ ਮਾਰੇ ਗਏ ਸੀਗੇ। ਤਾਂ ਉਹ ਫਿਰ ਨਬੀ ਖਾਨ ਅਤੇ ਗਨੀ ਖਾਨ ਨੇ ਹੈਲਪ ਕੀਤੀ। ਉੱਚ ਦਾ ਪੀਰ ਬਣਾ ਕੇ, ਇੱਕ ਪੀਰ ਬਣਾ ਕੇ ਇੱਕ ਪਾਲਕੀ ਦੇ ਵਿੱਚ ਸਜਾ ਕੇ, ਉਹ ਆਰਮੀ ਦੇ ਵਿੱਚ ਦੀ, ਮੁਗਲ ਆਰਮੀ ਜਿਨ੍ਹਾਂ ਨੇ ਜੰਗਲਾਂ ਨੂੰ ਚਾਰਾਂ ਪਾਸਿਆਂ ਤੋਂ ਘੇਰਿਆ ਹੋਇਆ ਸੀਗਾ, ਉਹ ਆਰਮੀ ਦੇ ਵਿੱਚੋਂ ਦੀ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਕੱਢ ਕੇ ਲੈ ਗਏ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਦੀਨਾ ਨਾਂ ਦੀ ਜਗ੍ਹਾ 'ਤੇ ਮਾਛੀਵਾੜਾ ਜੰਗਲਾਂ 'ਚ ਨਿਕਲ ਕੇ ਗੁਰੂ ਗੋਬਿੰਦ ਸਿੰਘ ਜੀ ਦੀਨਾ ਨਾਂ ਦੀ ਜਗ੍ਹਾ 'ਤੇ ਪਹੁੰਚੇ। ਜਦੋਂ ਦੀਨਾ ਪਹੁੰਚੇ ਤਾਂ ਦੀਨਾ ਕਿੱਥੇ ਪਹੁੰਚੇ? ਇੱਕ ਉਹਨਾਂ ਦੇ ਉਹਨਾਂ ਦਾ ਨਾਂ ਪੁਰਾਣੇ ਗੁਰੂ ਜੀ ਸੀਗੇ। ਪਹਿਲਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਬੜੇ ਹੋ ਰਹੇ ਸੀ, ਉਦੋਂ ਉਹਨਾਂ ਦੇ ਗੁਰੂ ਜੀ ਸੀਗੇ, ਉਹਨਾਂ ਦਾ ਨਾਮ ਸੀਗਾ ਪੀਰ ਮੁਹੰਮਦ। ਟੀਚਰ ਸੀ ਪੀਰ ਮੁਹੰਮਦ। ਪੀਰ ਮੁਹੰਮਦ ਦੇ ਘਰੇ ਪਹੁੰਚੇ। ਪੀਰ ਮੁਹੰਮਦ ਦੇ ਘਰੇ ਪਹੁੰਚ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਇੰਪੋਰਟੈਂਟ ਜ਼ਫਰਨਾਮਾ ਲਿਖਿਆ। ਜ਼ਫਰਨਾਮਾ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ? ਪਰਸ਼ੀਅਨ ਲੈਂਗੁਏਜ। ਕਈ ਵਾਰ ਸਵਾਲ ਆਉਂਦਾ ਜ਼ਫਰਨਾਮਾ ਕਿਹੜੀ ਲੈਂਗੁਏਜ ਦੇ ਵਿੱਚ ਆ? ਕਈ ਸੰਸਕ੍ਰਿਤ ਆ, ਪਰਸ਼ੀਅਨ ਆ, ਪੰਜਾਬੀ ਆ, ਠੀਕ ਹੈ, ਬਟ ਉਹ ਪਰਸ਼ੀਅਨ ਲੈਂਗੁਏਜ ਦੇ ਵਿੱਚ ਲਿਖਿਆ। ਸਵਾਲ ਇਹ ਵੀ ਪੁੱਛਿਆ ਜਾਂਦਾ ਕਿ ਜ਼ਫਰਨਾਮਾ ਕਿਹੜੀ ਜਗ੍ਹਾ 'ਤੇ ਲਿਖਿਆ ਗਿਆ? ਉਹ ਦੀਨਾ 'ਤੇ ਲਿਖਿਆ ਗਿਆ। ਅੱਗੇ ਜੇ ਆਪਸ਼ਨ ਆ ਜਾਂਦੇ ਆ, ਜ਼ਫਰਨਾਮਾ ਮਾਛੀਵਾੜਾ ਜੰਗਲਾਂ 'ਚ ਬੈਠ ਕੇ ਲਿਖਿਆ, ਜ਼ਫਰਨਾਮਾ ਚਮਕੌਰ ਸਾਹਿਬ ਦੇ ਕਿਲੇ 'ਚ ਬੈਠ ਕੇ ਲਿਖਿਆ, ਜਾਂ ਜ਼ਫਰਨਾਮਾ ਅਨੰਦਪੁਰ ਸਾਹਿਬ 'ਚ ਲਿਖਿਆ। ਨਹੀਂ, ਉਹਦਾ ਆਨਸਰ ਹੈ ਜ਼ਫਰਨਾਮਾ ਦੀਨਾ ਵਿੱਚ ਬੈਠ ਕੇ ਲਿਖਿਆ। ਅਤੇ ਇਹ ਇੱਕ ਲੈਟਰ ਸੀਗਾ ਔਰੰਗਜ਼ੇਬ ਨੂੰ।
ਔਰੰਗਜ਼ੇਬ ਨੂੰ ਲਿਖਿਆ ਹੋਇਆ ਲੈਟਰ ਸੀਗਾ, ਜਿਹਦੇ ਵਿੱਚ ਸਾਰੀਆਂ ਐਟਰੋਸਿਟੀਜ਼ ਦੇ ਬਾਰੇ 'ਚ ਐਕਸਪਲੇਨੇਸ਼ਨ ਸੀਗੀ ਕਿ ਜਿਹੜੀਆਂ ਮੁਗਲ ਫੋਰਸਸ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਐਟਰੋਸਿਟੀਜ਼ ਕਰ ਰਹੀ ਸੀਗੀ, ਉਹ ਸਾਰੀਆਂ ਐਟਰੋਸਿਟੀਜ਼ ਬਾਰੇ ਐਕਸਪਲੇਨੇਸ਼ਨ ਦਿੱਤੀ ਗਈ। ਔਰ 2 ਬੰਦਿਆਂ ਦੀ ਡਿਊਟੀ ਲਾਈ ਗਈ, ਇੱਕ ਭਾਈ ਦਇਆ ਸਿੰਘ ਔਰ ਇੱਕ ਭਾਈ ਧਰਮ ਸਿੰਘ। ਇਹਨਾਂ ਨੂੰ ਇਹ ਡਿਊਟੀ ਲਗਾਈ ਗਈ ਕਿ ਤੁਸੀਂ ਇਹ ਜਿਹੜਾ ਲੈਟਰ ਆ ਇਹ ਲੈ ਕੇ ਔਰੰਗਜ਼ੇਬ ਨੂੰ ਦੇਣਾ। ਗੁਰੂ ਗੋਬਿੰਦ ਸਿੰਘ ਨੂੰ ਸ਼ਾਇਦ ਐਵੇਂ ਲੱਗਿਆ ਹੋਣਾ ਕਿ ਜਿਹੜਾ ਲੈਟਰ ਆ ਉਹ ਹੋ ਸਕਦਾ ਕਿਸੇ ਹੋਰ ਤਰੀਕੇ ਦੇ ਨਾਲ ਔਰੰਗਜ਼ੇਬ ਤੱਕ ਨਾ ਪਹੁੰਚੇ, ਇਸ ਕਰਕੇ 2 ਬੰਦਿਆਂ ਦੀ ਡਿਊਟੀ ਲੈ ਗਈ। ਔਰ ਔਰੰਗਜ਼ੇਬ ਨੇ ਕਹਿੰਦੇ ਆ ਬਹੁਤ ਸੇ ਲਿਖਤਾਂ ਦੇ ਵਿੱਚ ਕਿ ਜਦੋਂ ਇਹ ਲੈਟਰ ਪੜ੍ਹਿਆ ਤੁਰੰਤ ਔਰੰਗਜ਼ੇਬ ਨੇ ਹੁਕਮ ਦਿੱਤੇ ਕਿ ਗੁਰੂ ਜੀ ਦੇ ਖਿਲਾਫ ਜਿੰਨੇ ਵੀ ਆਪਰੇਸ਼ਨਸ ਹੈਗੇ ਆ ਮੁਗਲ ਆਰਮੀ ਦੇ, ਸਾਰੇ ਜਿਹੜੇ ਆ ਉਹ ਵਿਡਰਾਅ ਕਰ ਲਏ ਜਾਣ। ਠੀਕ ਹੈ, ਸਾਰੇ ਆਪਰੇਸ਼ਨਸ ਜਿਹੜੇ ਖਤਮ ਕਰ ਦਿੱਤੇ ਜਾਣ। ਇਸ ਕਰਕੇ ਕਈ ਵਾਰੀ ਇਹ ਵੀ ਲਿਖਿਆ ਜਾਂਦਾ ਕਿ ਇਹ ਵੀ ਐਕਸਪਲੇਨੇਸ਼ਨ ਦਿੰਦੇ ਆ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਮਤਲਬ ਔਰੰਗਜ਼ੇਬ ਨੂੰ ਇਹ ਪਤਾ ਹੀ ਨਹੀਂ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਇੰਨੇ ਅਤਿਆਚਾਰ ਹੋ ਰਹੇ ਆ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਸਾਊਥ ਦੇ ਵਿੱਚ ਸੀਗੇ। ਜਿਹੜਾ ਵਜ਼ੀਰ ਖਾਨ ਸੀਗਾ ਜਾਂ ਉਸ ਤੋਂ ਪਹਿਲਾਂ ਦੂਸਰੇ ਲੋਕ ਸੀਗੇ, ਉਹ ਆਪਣੇ ਲੈਵਲ 'ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਨੇ ਦੁਸ਼ਮਣੀ ਡਿਵੈਲਪ ਕੀਤੀ ਹੋਈ ਸੀ। ਠੀਕ ਹੈ, ਤਾਂ ਉਹ ਹਮਲੇ ਕਰੀ ਜਾ ਰਹੇ ਸੀਗੇ, ਲੜਾਈਆਂ ਹੋਈ ਜਾ ਰਹੀਆਂ ਸੀਗੀਆਂ, ਉਹ ਚੇਜ਼ ਕਰੀ ਜਾ ਰਹੇ ਸੀਗੇ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਜ਼ਫਰਨਾਮਾ ਲਿਖਿਆ ਔਰੰਗਜ਼ੇਬ ਨੂੰ, ਅਤੇ ਔਰੰਗਜ਼ੇਬ ਨੂੰ ਪਹਿਲੀ ਵਾਰੀ ਇਹ ਪਤਾ ਲੱਗਿਆ ਕਿ ਉਹਦੀ ਆਰਮੀ ਨਾਰਥ ਦੇ ਵਿੱਚ ਕੀ ਕਰ ਰਹੀ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਸਾਊਥ ਵਿੱਚ ਸੀਗੇ। ਔਰੰਗਜ਼ੇਬ ਸਾਊਥ ਵਿੱਚ ਸੀਗਾ। ਤਾਂ ਔਰੰਗਜ਼ੇਬ ਸਾਊਥ 'ਚ ਉਹਨੇ ਫਿਰ ਤੁਰੰਤ ਕਿਹਾ ਕਿ ਯਾਰ ਇਹ ਤੁਸੀਂ ਕੀ ਕਰ ਰਹੇ ਹੋ, ਇਹ ਦਿਸ ਇਜ਼ ਨਾਟ ਰਾਈਟ, ਇਹ ਠੀਕ ਨਹੀਂ ਹੈ, ਤੁਸੀਂ ਇਹਨੂੰ ਵਿਡਰਾਅ ਕਰੋ। ਵਿਡਰਾਅ ਕੀਤਾ। ਵਜ਼ੀਰ ਖਾਨ ਇਹ ਕਿਹਾ ਜਾਂਦਾ ਕਿ ਅਗਲੀ ਲੜਾਈ ਹੈ ਬੈਟਲ ਆਫ ਖਿਦਰਾਣਾ। ਬੈਟਲ ਆਫ ਖਿਦਰਾਣਾ 1704 ਦੇ ਵਿੱਚ। ਕਹਿੰਦੇ ਆ ਕਿ ਵਜ਼ੀਰ ਖਾਨ ਨੂੰ ਲੈਟਰ ਤਾਂ ਮਿਲ ਗਿਆ ਸੀਗਾ ਔਰੰਗਜ਼ੇਬ ਦਾ ਕਿ ਗੁਰੂ ਗੋਬਿੰਦ ਸਿੰਘ ਜੀ ਖਿਲਾਫ ਕੋਈ ਵੀ ਆਪਰੇਸ਼ਨ ਨਹੀਂ ਕਰਨਾ, ਪਰ ਉਹਨੇ ਇਹਨੂੰ ਅਵੋਇਡ ਕੀਤਾ। ਉਹਨੇ ਇਹ ਪ੍ਰਟੈਂਡ ਕੀਤਾ ਕਿ ਮੈਨੂੰ ਕੋਈ ਲੈਟਰ ਨਹੀਂ ਮਿਲਿਆ, ਮੈਂ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਨਿਕਲ ਗਿਆ। ਠੀਕ ਹੈ, ਕਿਉਂਕਿ ਉਦੋਂ ਵਟਸਐਪ ਤਾਂ ਹੁੰਦਾ ਨਹੀਂ ਸੀ। ਤਾਂ ਹੁਣ ਉਹ ਲੈਟਰ ਆਉਣਾ ਸਾਊਥ ਤੋਂ ਨਾਰਥ ਦੇ ਵਿੱਚ ਆ ਕੇ ਉਹਨੂੰ ਰਿਸੀਵ ਹੋਣਾ, ਭਾਵੇਂ ਰਿਸੀਵ ਹੋ ਗਿਆ, ਉਹਨੇ ਇਹ ਕਹਿਤਾ ਹੋਣਾ ਕਿ ਮੈਨੂੰ 5 ਦੀ ਬਜਾਏ 15 ਤਰੀਕ ਨੂੰ ਰਿਸੀਵ ਹੋਇਆ। ਉਸ ਦੌਰਾਨ ਉਹਨੇ ਖਿਦਰਾਣਾ ਨਾਂ ਦੀ ਜਗ੍ਹਾ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਜੀ 'ਤੇ ਹਮਲਾ ਕਰਤਾ। ਅਤੇ ਖਿਦਰਾਣਾ ਦੇ ਵਿੱਚ ਇੱਕ ਇੰਪੋਰਟੈਂਟ ਘਟਨਾ ਇਹ ਹੋਈ ਕਿ ਜਿਹੜੇ 40 ਉਹ ਬੇਦਾਵਾ ਲਿਖ ਕੇ ਸੋਲਜਰ ਚਲੇ ਗਏ ਸੀਗੇ ਬੈਟਲ ਆਫ ਅਨੰਦਪੁਰ ਸਾਹਿਬ ਦੇ ਵਿੱਚ, ਸੈਕੰਡ ਬੈਟਲ ਆਫ ਅਨੰਦਪੁਰ ਸਾਹਿਬ ਦੇ ਵਿੱਚ, ਉਹ ਸਾਰੇ ਹੀ ਵਾਪਸ ਆ ਗਏ। ਉਹ ਵਾਪਸ ਆ ਗਏ 40 ਦੇ 40 ਸੋਲਜਰ ਆ ਕੇ ਉਹਨਾਂ ਨੇ ਲੜਾਈ ਲੜੀ, ਸ਼ਹਾਦਤ ਦਿੱਤੀ। ਔਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਜਿਹੜਾ ਅਸੀਂ ਬੇਦਾਵਾ ਲਿਖ ਕੇ ਗਏ ਸੀਗੇ ਉਸ ਬੇਦਾਵੇ ਨੂੰ ਪਾੜ ਦਿੱਤਾ ਜਾਵੇ। ਠੀਕ ਹੈ, ਉਸ ਬੇਦਾਵੇ ਨੂੰ ਪਾੜ ਦਿੱਤਾ ਜਾਵੇ। ਕਹਿੰਦੇ ਆ ਕਿ ਮਾਈ ਭਾਗੋ ਜਿਹੜੀ ਸੀ ਉਹਨੇ ਇੰਪੋਰਟੈਂਟ ਰੋਲ ਪਲੇ ਕੀਤਾ। ਮਾਈ ਭਾਗੋ ਸਾਰੇ ਜੋ ਉਹਨਾਂ 40 ਸੋਲਜਰਸ ਨੂੰ ਲੈ ਕੇ ਵਾਪਸ ਆਈ। ਠੀਕ ਹੈ, ਤਾਂ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਧੋਖਾ ਕਿਵੇਂ ਦਿੱਤਾ। ਬੜੀਆਂ ਕਈ ਕਥਾ ਦੇ ਵਿੱਚ ਕਈਆਂ ਸਟੋਰੀਆਂ ਆਪਾਂ ਸੁਣਦੇ ਹਾਂ, ਪੜ੍ਹਦੇ ਹਾਂ। ਕਹਿੰਦੇ ਆ ਕਿ ਮਾਈ ਭਾਗੋ ਨੇ ਜਿਹੜੇ 40 ਸੋਲਜਰ ਜਦੋਂ ਅਨੰਦਪੁਰ ਸਾਹਿਬ ਦੀ ਲੜਾਈ 'ਚੋਂ ਬਚ ਕੇ ਨਿਕਲ ਕੇ ਆਪਣੇ ਘਰਾਂ ਨੂੰ ਗਏ, ਤਾਂ ਉਹਨਾਂ ਦੀਆਂ ਪਤਨੀਆਂ ਨੇ, ਉਹਨਾਂ ਦੇ ਦੂਸਰੇ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਜਿਹੜੇ 40 ਸੋਲਜਰ ਆ ਉਹਨਾਂ ਨੂੰ ਬੜੀਆਂ ਲਾਹਨਤਾਂ ਪਾਈਆਂ ਕਿ ਕਹਿੰਦੇ ਬੰਗਾਂ ਉਹਨਾਂ ਨੂੰ ਦਿੱਤੀਆਂ ਕਿ ਚੂੜੀਆਂ ਪਾ ਲਓ। ਠੀਕ ਹੈ, ਲੇਡੀਜ਼ ਕੱਪੜੇ ਦਿੱਤੇ ਕਿ ਲੇਡੀਜ਼ ਨਹੀਂ ਲੜਦੀਆਂ, ਤੁਸੀਂ ਵੀ ਲੇਡੀਜ਼ ਹੋ, ਵਾਂਗੂ ਹੀ ਹੋ, ਹੈ ਨਾ। ਹਾਲਾਂਕਿ ਮਾਈ ਭਾਗੋ ਕਿਸੇ ਵੀ ਮਹਾਨ ਸੋਲਜਰ ਦੀ ਤਰ੍ਹਾਂ ਲੜੀ। ਠੀਕ ਹੈ, ਜਿਵੇਂ ਇਹਨੂੰ ਕਹਿ ਸਕਦੇ ਹਾਂ ਸਿੱਖ ਕੌਮ ਦੀ ਲਕਸ਼ਮੀ ਬਾਈ, ਹੈ ਨਾ। ਤਾਂ ਇੱਦਾਂ ਕਰਕੇ ਚਲੋ, ਹਾਲਾਂਕਿ ਦੋਨੋਂ ਡਿਫਰੈਂਟ ਆਈਡੈਂਟੀਟੀਜ਼ ਹੈਗੀਆਂ, ਆਪਾਂ ਇੱਦਾਂ ਕੰਪੈਰੀਜ਼ਨ ਬਣਦਾ ਨਹੀਂ। ਪਰ ਜਿਵੇਂ ਲਕਸ਼ਮੀ ਬਾਈ ਲੜੀ ਸੀ ਉੱਦਾਂ ਹੀ ਮਾਈ ਭਾਗੋ ਵੀ ਲੜੀ, ਕਿਉਂਕਿ ਮਾਈ ਭਾਗੋ ਖੁਦ ਤਲਵਾਰਬਾਜ਼ੀ ਕਰਦੀ ਸੀ। ਅਤੇ ਉਹ ਇਹਨਾਂ ਨੂੰ ਲੈ ਕੇ ਆਈ ਅਤੇ 40 ਸੋਲਜਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਦੇ ਵਿੱਚ ਮਦਦ ਕੀਤੀ। ਇਹਦੇ ਵਿੱਚ ਫਿਰ ਵਜ਼ੀਰ ਖਾਨ ਹਾਰਿਆ। ਪਰ ਹੁਣ ਵਜ਼ੀਰ ਖਾਨ ਨੂੰ ਔਰੰਗਜ਼ੇਬ ਦਾ ਲੈਟਰ ਮਿਲਿਆ ਹੋਇਆ ਸੀਗਾ, ਉਹ ਵਿਡਰਾਅ ਕਰ ਗਿਆ। ਅਤੇ ਇਹਦੇ ਵਿੱਚ ਇਹ ਜਿਹੜਾ ਸ਼ਹਿਰ ਸੀਗਾ ਖਿਦਰਾਣਾ, ਇਹਦਾ ਨਾਮ ਮੁਕਤਸਰ ਪੈ ਗਿਆ, ਕਿਉਂਕਿ ਇੱਥੇ 40 ਸੋਲਜਰਸ ਨੂੰ ਮੁਕਤੀ ਮਿਲੀ, ਹੈ ਨਾ। ਮੁਕਤੀ ਮਿਲੀ, ਉਹਨਾਂ ਦਾ ਬੇਦਾਵਾ ਗੁਰੂ ਜੀ ਨੇ ਪਾੜ ਦਿੱਤਾ।
उस तो बाद गुरु गोबिंद सिंह जी चले गए तलवंडी साबो, खिदराना तो अगे मूव करके तलवंडी चले गए। वजीर खान जिहड़े सीगे सारे ऑपरेशनस गुरु गोबिंद सिंह के खिलाफ उन्हें खत्म कर दिते सीगे। तां गुरु गोबिंद सिंह जी इत्थे तलवंडी साबो दे विच 9 महीने तक रुके। ये शहर का नाम इस करके दमदमा साहब इस करके पैंदा पिया सीगा कि दमदमा साहब इस करके कहा जाता गुरु गोबिंद सिंह ने रेस्ट की, दम लिया मतलब रेस्ट की, तो इनू दमदमा साहब कहा जाता। गुरु गोबिंद सिंह जी ने इत्थे सब तो इंपॉर्टेंट चीज़ आ दसम ग्रंथ जिहड़ा सी वो लिखिया। गुरु गोबिंद सिंह जी ने दसम ग्रंथ इत्थे लिखिया। तो उस तो बाद गुरु गोबिंद सिंह जी ने जिहड़े आदि ग्रंथ सीगा उहनूं रीकंपाइल किया। उहदे विच श्री गुरु तेग बहादुर जी के 115 श्लोक, गुरु तेग बहादुर जी के 115 श्लोक जिहड़े सीगे ओह दर्ज किए, ऐड किए। तो आदि ग्रंथ जिहड़ा सीगा वो हुण उहदे विच श्री गुरु तेग बहादुर जी श्लोक जिहड़े 115 वो भी ऐड हो गए। बाद च आदि ग्रंथ श्री गुरु ग्रंथ साहब बन गए। तो जिहड़ी सिटी सीगी इहनूं गुरु की काशी भी लोग कहण लग गए। गुरु गोबिंद सिंह जी उत्थे बहुत देर तक रुके और उन्होंने बहुत सारिया एक्टिविटीज़ नूं कीता। गुरु गोबिंद सिंह जी उत्थे मतलब कि वो सारे आस पास के जिन्ने गुरु गोबिंद सिंह जी फॉलोअर सी शहरों के सारे उत्थे आउण लग गए। ये गुरु की काशी दे नाम नाल फेमस होया। इत्थे हुण एक तख्त दमदमा साहब भी है। ये भी कहा जाता कि जो गुरु गोबिंद सिंह जी गुरु जी एट नंदेड़ साहब, गुरु गोबिंद सिंह जी जो औरंगजेब ने जफरनामा पढ़िया ना तो उन्हें गुरु गोबिंद सिंह को इनवाइट किया कि यू कम टू नंदेड़। वो खुद नंदेड़ सीगा, तो तुसीं नंदेड़ आओ, मैं मेरे नाल मुलाकात करो, इनविटेशन भेजा। गुरु गोबिंद सिंह जी वो इनविटेशन लैके गुरु की काशी दमदमा साहब, ठीक है, उतों जां तलवंडी साबो, वो शहर का नाम ओरिजिनल नाम तलवंडी साबो ही ना। तलवंडी साबो तो गुरु गोबिंद सिंह जी चले गए, मतलब उत्थे नंदेड़ नूं जाण वास्ते रवाना हो गए। पर जदों गुरु जी दिल्ली पहुँचे ना तो दिल्ली उन्होंने वो मिलिया, एक खबर मिली कि औरंगजेब की डैथ हो गई है। औरंगजेब की डैथ हो गई है तो खबर मिली, तो उन्होंने जिहड़ा औरंगजेब जी तो बाद नवा किंग बनना सीगा उहदा नाम सी बहादुर शाह, वो भी दिल्ली सीगा। गुरु गोबिंद सिंह जी बहादुर शाह नूं मिले और फिर बहादुर शाह और गुरु गोबिंद सिंह जी दोनों इकट्ठे नंदेड़ गए। ठीक है, नंदेड़ पहुँचे, इन्हों का आपसी बड़ा फ्रेंडली रिलेशन हो गया। नंदेड़ दे विच बहादुर शाह ने गुरु गोबिंद सिंह जी नूं 8000 का मनसब दिता। मनसब तो भाव आ मुगल पीरियड की आपां गल करिए तो मुगल पीरियड दे विच जिहड़ा मिनिस्ट्रियां सीगियां ना, हुण आपां मिनिस्ट्री नाम तो दिंदे आ, मतलब मिनिस्टर जिवें इरीगेशन मिनिस्टर आ जी, एजुकेशन मिनिस्टर आ जी, ठीक है, फाइनैंस मिनिस्टर आ जी, होम मिनिस्टर आ, हुण असीं नाम तो मिनिस्टर दिंदे। मुगल पीरियड दे विच जिहड़ियां मिनिस्ट्रियां सीगियां वो नंबर तो दित्तियां जांदियां सीगियां, नंबर तो। तां जिहड़ा मुगल पीरियड दे विच मनसब एक कॉमन नाम सी मिनिस्ट्री वास्ते। ये कोल 2 टाइप के चार्जिज होंदे सीगे, एक सिविलियन एक आर्मी वाले, मतलब ये हर मिनिस्टर एट ए टाइम सिविलियन भी सीगा और आर्मी वाला भी सीगा। तो 8000 का जिहड़ा मनसब सीगा ये प्रिंस नूं दिता जांदा सीगा। प्रिंस जिवें कि जिहड़े राजियां दे बेटे हुंदे सीगे, मतलब ये बहुत उच्चा मनसब सीगा। तो ये गुरु गोबिंद सिंह जी ने एक ऑनररी एक डिग्री कह लो, ऑनररी एक मिनिस्ट्री का अहदा कह लो, ये दिता गया सीगा। हालांकि गुरु गोबिंद सिंह जी बहादुर शाह दे कोई मिनिस्टर नहीं सीगे, ऐ नहीं सीगा कि वो कोर्ट दे विच मिनिस्टर बन गए। दिस इज़ रॉन्ग, ये ऑनररी सीगा। जिवें आपां बहुत सारे जिवें डॉक्टर अब्दुल कलाम नूं कई सारिया ऑनररी डिग्रियां दित्तियां होईयां PhD दियां, वो डॉक्टर बन गए। ओरिजिनल शायद उन्होंने को एक सी या एक भी नहीं सी, पर उदा वो जो उन्होंने डेथ हुई तो उन्होंने को कई सारिया डॉक्टरेट दी डिग्रियां सी, ऑल वर ऑनररी।
ਇੱਦਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਨਰਰੀ ਇੱਕ ਮਨਸਬ ਪ੍ਰੋਵਾਈਡ ਕੀਤਾ ਗਿਆ ਨੰਦੇੜ ਸਾਹਿਬ ਦੇ ਵਿੱਚ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਹੋਈ ਲਛਮਣ ਦਾਸ ਜਾਂ ਮਾਧੋ ਦਾਸ ਜਾਂ ਕਹਿ ਲਓ ਬੰਦਾ ਬਹਾਦਰ ਦੇ ਨਾਲ ਇੱਥੇ ਨੰਦੇੜ ਸਾਹਿਬ ਦੇ ਵਿੱਚ। ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਦੱਸਿਆ ਗਿਆ ਕਿ ਉੱਥੇ ਇੱਕ ਪਰਸਨ ਆ, ਉਹਦਾ ਨਾਂ ਆ ਲਛਮਣ ਦਾਸ। ਔਰ ਉਹ ਬੜੀ ਉਹਦੇ ਕੋਲ ਮਿਸਟਿਕ ਪਾਵਰਸ ਹੈਗੀਆਂ। ਮਿਸਟਿਕ ਪਾਵਰ ਦਾ ਭਾਵ ਆ ਕਿ ਉਹਦੇ ਕੋਲ ਉਹ ਰਿੱਧੀਆਂ ਸਿੱਧੀਆਂ ਦਾ ਮਾਲਕ ਆ, ਉਹਦੇ ਕੋਲ ਕਈ ਟਾਈਪ ਦੇ ਜਾਦੂ ਆ। ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਉਹਨੂੰ ਮਿਲਣ ਦੇ ਵਿੱਚ ਬੜੇ ਖੁਦ ਵੀ ਬੜੇ ਇੰਟਰਸਟਿੰਗ ਹੋ ਗਏ ਕਿ ਮੈਂ ਉਹਨੂੰ ਮਿਲਣਾ ਹੈ। ਤਾਂ ਗੁਰੂ ਗੋਬਿੰਦ ਸਿੰਘ ਜੀ ਉਹਦੇ ਜਿੱਥੇ ਮਾਧੋ ਦਾਸ ਦਾ ਡੇਰਾ ਸੀਗਾ ਉੱਥੇ ਪਹੁੰਚੇ। ਠੀਕ ਹੈ, ਜਦੋਂ ਉੱਥੇ ਪਹੁੰਚੇ ਤਾਂ ਇੱਦਾਂ ਕਿਹਾ ਜਾਂਦਾ ਕਿ ਗੁਰੂ ਮਾਧੋ ਦਾਸ ਜਿਹੜਾ ਸੀਗਾ ਉਹਨੇ ਸ਼ਰਾਰਤ ਕੀਤੀ। ਉਹਨੇ ਕਿਉਂਕਿ ਉਹਦੇ ਕੋਲ ਬੜੀਆਂ ਪਾਵਰਾਂ ਸੀਗੀਆਂ ਤਾਂ ਉਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਆਪਣੀਆਂ ਪਾਵਰਾਂ ਚਲਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਥੇ ਪਹੁੰਚੇ ਉਹਦੇ ਡੇਰੇ 'ਤੇ, ਤਾਂ ਜਿਹੜਾ ਉਹ ਮਾਧੋ ਦਾਸ ਆਪਣੇ ਡੇਰੇ 'ਤੇ ਸੀਗਾ ਨਹੀਂ। ਠੀਕ ਹੈ, ਉਹ ਕਿਤੇ ਬਾਹਰ ਗਿਆ ਹੋਇਆ ਸੀ ਅਤੇ ਉਹਦਾ ਤਖਤ ਸੀਗਾ, ਤਖਤ ਜਿੱਥੇ ਉਹ ਬੈਠਦਾ ਸੀਗਾ, ਉਹ ਤਖਤ ਕਾਫੀ ਉੱਚਾ ਅਤੇ ਸੋਹਣਾ ਬੜਾ ਸਜਾ ਕੇ ਬਣਾਇਆ ਹੋਇਆ ਤਖਤ ਸੀਗਾ ਜਿੱਥੇ ਉਹ ਬੈਠਦਾ ਸੀ। ਅਤੇ ਉਹਦੇ ਜਿਹੜੇ ਫੋਲੋਅਰ ਸੀ ਮਾਧੋ ਦਾਸ ਦੇ, ਜਿਹੜੇ ਉਹਦੇ ਚੇਲੇ ਸੀ, ਉਹਦੇ ਸਾਹਮਣੇ ਬੈਠਦੇ ਸੀ ਨੀਚੇ। ਗੁਰੂ ਗੋਬਿੰਦ ਸਿੰਘ ਜੀ ਉਹਦੇ ਤਖਤ 'ਤੇ ਆ ਕੇ ਬੈਠ ਗਏ। ਇੱਦਾਂ ਮਤਲਬ ਐਕਸਪਲੇਨੇਸ਼ਨ ਹੈ, ਉਹਦੇ ਤਖਤ 'ਤੇ ਆ ਕੇ ਬੈਠ ਗਏ। ਤਾਂ ਕੀ ਹੋਇਆ ਕਿ ਜਦੋਂ ਲਛਮਣ ਦਾਸ ਵਾਪਸ ਘਰੇ ਆਪਣੇ ਡੇਰੇ 'ਤੇ ਆਇਆ ਅਤੇ ਉਹਨੇ ਜਦੋਂ ਦੇਖਿਆ ਕਿ ਉਹਦੇ ਤਖਤ 'ਤੇ ਕੋਈ ਹੋਰ ਬੈਠਾ ਤਾਂ ਉਹਨੂੰ ਬਹੁਤ ਗੁੱਸਾ ਆ ਗਿਆ। ਉਹ ਕਹਿੰਦਾ ਕਿਸੇ ਦੀ ਇੰਨੀ ਹਿੰਮਤ ਕਿੱਦਾਂ ਹੋ ਸਕਦੀ ਹੈ ਕਿ ਮੇਰੇ ਤਖਤ 'ਤੇ ਬੈਠ ਜੇ, ਮੇਰੀ ਸੀਟ 'ਤੇ ਬੈਠ ਜੇ, ਉਹ ਵੀ ਮੇਰੇ ਡੇਰੇ ਦੇ ਵਿੱਚ। ਉਹਨੇ ਗੁੱਸੇ 'ਚ ਆ ਕੇ ਆਪਣਾ ਜਾਦੂ ਚਲਾਉਣ ਦੀ ਕੋਸ਼ਿਸ਼ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ। ਉਹਨੇ ਬਹੁਤ ਗੁਰੂ ਗੋਬਿੰਦ ਸਿੰਘ ਜੀ ਉਹਦੇ ਵੱਲ ਦੇਖਦੇ ਰਹੇ ਅਤੇ ਉਹਨੇ ਬੜੇ ਜਾਦੂ ਕੀਤੇ, ਬੜੀਆਂ ਪਾਵਰਾਂ ਚਲਾਈਆਂ, ਪਰ ਉਹ ਗੁਰੂ ਗੋਬਿੰਦ ਸਿੰਘ ਜੀ ਉੱਤੇ ਕੋਈ ਵੀ ਪਾਵਰ ਚੱਲੀ ਨਹੀਂ। ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਤੇ ਕੋਈ ਵੀ ਪਾਵਰ ਨਹੀਂ ਚੱਲੀ ਅਤੇ ਫਿਰ ਉਹਦੇ ਦਿਮਾਗ ਨੇ ਕੰਮ ਕੀਤਾ ਕਿ ਕੋਈ ਨਾ ਕੋਈ ਆਮ ਬੰਦਾ ਨਹੀਂ ਆ, ਕੋਈ ਆਮ ਪਰਸਨੈਲਿਟੀ ਨਹੀਂ ਆ, ਇਹ ਕੋਈ ਹੋਰ ਹੀ ਚੀਜ਼ ਆ, ਇਹ ਕੋਈ ਅਸੀਂ ਨਹੀਂ ਮਤਲਬ ਕਿ ਜਿੱਦਾਂ ਇੱਕ ਆਮ ਪਰਸਨ ਨਹੀਂ ਹੈ ਇਹ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹਨੂੰ ਰਿਅਲਾਈਜ਼ ਹੋਇਆ ਕਿ ਇਹ ਮੇਰਾ ਗੁਰੂ ਆ। ਉਹ ਗੁਰੂ ਗੋਬਿੰਦ ਸਿੰਘ ਜੀ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਗੁਰੂ ਬਣਾ ਲਿਆ। ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਬੈਠ ਕੇ ਜਿੰਨੀਆਂ ਮੁਗਲ ਫੌਜਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਔਰ ਇਹ ਪਰਿਵਾਰ ਦੇ ਉੱਤੇ ਐਟਰੋਸਿਟੀਜ਼ ਕੀਤੀਆਂ ਹੋਈਆਂ ਸੀਗੀਆਂ, ਸਾਰੀ ਸਟੋਰੀ ਉਹਨੂੰ ਸੁਣਾਈ। ਠੀਕ ਹੈ, ਦੱਸਿਆ ਗਿਆ ਕਿ ਕਿੱਦਾਂ ਜਿਵੇਂ ਸਾਡੇ ਕਿਵੇਂ ਮੇਰੇ ਪਿਤਾ ਜੀ ਦੀ ਸ਼ਹਾਦਤ ਹੋਈ। ਠੀਕ ਹੈ, ਕਿਵੇਂ ਮੇਰੇ ਬੱਚੇ ਜਿਹੜੀ ਉਹਨਾਂ ਦੀ ਸ਼ਹਾਦਤ ਹੋਈ, ਕਿਵੇਂ ਮੇਰੇ ਸੋਲਜਰਸ ਦੀ ਸ਼ਹਾਦਤ ਹੋਈ, ਕਿਵੇਂ ਮੈਂ ਅਨੰਦਪੁਰ ਸਾਹਿਬ ਤੋਂ ਨਿਕਲਿਆ, ਮੇਰੇ ਘਰ ਤੋਂ ਮੈਨੂੰ ਬਾਹਰ ਕੱਢਿਆ। ਸਾਰੀ ਸਟੋਰੀ ਜਿਹੜੀ ਆ ਉਹ ਮਾਧੋ ਦਾਸ ਨੂੰ ਸੁਣਾਈ ਗਈ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਫਿਰ ਕਿਹਾ ਜਾਂਦਾ ਕਿ ਜਦੋਂ ਵਜ਼ੀਰ ਖਾਨ ਜਿਹੜਾ ਸੀਗਾ ਉਹ ਵਜ਼ੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ, ਹੁਣ ਉਹ ਲੜਾਈਆਂ ਤਾਂ ਖਤਮ ਹੋ ਗਈਆਂ, ਗੁਰੂ ਗੋਬਿੰਦ ਸਿੰਘ ਜੀ ਇੱਥੋਂ ਚਲੇ ਗਏ ਨੰਦੇੜ। ਠੀਕ ਹੈ, ਔਰ ਉੱਥੇ ਜਾ ਕੇ ਉਹ ਮਨਸਬ ਵੀ ਮਿਲ ਗਿਆ ਉਹਨਾਂ ਨੂੰ, ਇੱਕ ਆਨਰਰੀ ਮਤਲਬ ਅਹੁਦਾ ਵੀ ਮਿਲ ਗਿਆ। ਵਜ਼ੀਰ ਖਾਨ ਇਸ ਗੱਲ ਤੋਂ ਬਹੁਤ ਜੈਲਸ ਫੀਲ ਕਰਦਾ ਸੀਗਾ ਕਿ ਕਿੱਥੇ ਮੈਂ ਉਸ ਬੰਦੇ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ, ਉਹਦੀ ਆਰਮੀ ਖ਼ਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਉਹਦੀ ਫੋਲੋਅਰਸ ਖ਼ਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਮੈਂ ਕਰ ਨਹੀਂ ਸਕਿਆ। ਇੰਨੀਆਂ ਲੜਾਈਆਂ ਕੀਤੀਆਂ, ਇੰਨੇ ਹਮਲੇ ਕੀਤੇ। ਠੀਕ ਹੈ, ਕਿ ਮਤਲਬ ਹਰ ਉਹ ਹੱਦ ਪਾਰ ਕਰ ਲਈ। ਬੱਚਿਆਂ ਨੂੰ ਵੀ ਆਪਾਂ ਛੋਟੇ ਸਾਹਿਬਜ਼ਾਦਿਆਂ ਨੂੰ 19 ਤੱਕ ਚੜਵਾ ਦਿੱਤਾ ਜੀਂਦਿਆਂ ਨੂੰ, ਪਰ ਉਹ ਬੰਦਾ ਨੂੰ ਆਪਾਂ ਢਾਹ ਨਹੀਂ ਸਕੇ। ਤਾਂ ਉਹਨੇ ਕਹਿੰਦੇ ਆ ਕਿ 2 ਪਠਾਨ ਜਿਹੜੇ ਸੀ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਨ ਵਾਸਤੇ ਭੇਜਿਆ। ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀਗੇ ਉਹਨਾਂ ਨੇ ਉੱਥੇ ਨੰਦੇੜ ਦੇ ਵਿੱਚ ਉਹਨਾਂ ਨੇ ਉਹਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਅਤੇ ਹਾਲਾਂਕਿ ਉਹ ਛੁਰਾ ਮਾਰਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਮਤਲਬ ਤਕੜਾ ਜ਼ਖਮ ਹੋਏ। ਕਹਿੰਦੇ ਆ ਕਿ ਜ਼ਖਮ ਥੋੜ੍ਹੇ ਠੀਕ ਵੀ ਹੋ ਗਏ ਸੀਗੇ, ਪਰ ਗੁਰੂ ਗੋਬਿੰਦ ਸਿੰਘ ਜੀ ਉਸ ਦੌਰਾਨ ਇੱਕ ਤੀਰ ਚਲਾਉਣ ਲੱਗੇ ਤਾਂ ਉਹ ਜ਼ਖਮ ਦੁਬਾਰਾ ਉਹਨਾਂ ਨੇ ਉਹ ਫਿਰ ਪ੍ਰੋਬਲਮ ਆ ਗਈ। ਅਤੇ 7 ਅਕਤੂਬਰ 1708 ਅਕਤੂਬਰ 1708 ਨੰਦੇੜ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਨੀਆ ਨੂੰ ਛੱਡ ਕੇ ਚਲੇ ਗਏ। ਨੰਦੇੜ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਸਾਹ ਲਿਆ।
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਬਹਾਦਰ ਨੂੰ 5 ਚੀਜ਼ਾਂ ਦਿੱਤੀਆਂ। ਇੱਕ ਫਲੈਗ ਦਿੱਤਾ, 5 ਸਿੱਖ ਦਿੱਤੇ, ਇੱਕ ਨਗਾੜਾ ਦਿੱਤਾ, ਇੱਕ ਹੁਕਮਨਾਮਾ ਦਿੱਤਾ। ਤਾਂ ਹੁਕਮਨਾਮਾ ਇਨ ਦ ਨੇਮ ਆਫ ਫੋਲੋਅਰਸ। ਤਾਂ ਹੁਕਮਨਾਮਾ ਦਿੱਤਾ ਤੇ 5 ਤੀਰ ਦਿੱਤੇ, 5 ਐਰੋ, 5 ਹੋ ਗਏ, 1 2 3 4 5, 5 ਤੀਰ ਦਿੱਤੇ, ਇੱਕ ਫਲੈਗ ਦਿੱਤਾ, 5 ਸਿੱਖ ਦਿੱਤੇ, ਇੱਕ ਨਗਾੜਾ ਦਿੱਤਾ, ਇੱਕ ਪੰਜਾਬ ਦੇ ਲੋਕਾਂ ਲਈ ਹੁਕਮਨਾਮਾ ਦਿੱਤਾ ਔਰ ਇੱਕ ਮਿਸ਼ਨ ਦਿੱਤਾ। ਮਿਸ਼ਨ ਕੀ ਸੀਗਾ? ਰਿਵੈਂਜ, ਬਦਲਾ ਲੈਣਾ। ਮਤਲਬ ਕਿ ਕਿੰਨੇ ਸ਼ਹਾਦਤ ਕੀਤੀ ਹੈ ਨਾ, ਕਿੰਨਾ ਤਸੀਹੇ ਕੀਤੇ, ਉਹ ਉਸ ਮਿਸ਼ਨ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਬਹਾਦਰ ਨੂੰ ਇਸ ਮਿਸ਼ਨ 'ਤੇ ਭੇਜਿਆ। ਉਸ ਤੋਂ ਬਾਅਦ ਫਾਊਂਡੇਸ਼ਨ ਆਫ ਖਾਲਸਾ। ਇਹ ਫੋਟੋ ਆ ਜਿੱਥੇ ਆਪਾਂ ਗੱਲ ਕਰ ਰਹੇ ਸੀਗੇ ਕਿ ਮਾਤਾ ਸਾਹਿਬ ਕੌਰ, ਮਾਤਾ ਸੁੰਦਰੀ ਜੀ, 5 ਪਿਆਰੇ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਖਾਲਸਾ ਸਜਾ ਕੇ ਉਹਨਾਂ ਦੀ ਝੋਲੀ ਦੇ ਵਿੱਚ ਪਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਬਹੁਤ ਵੱਡੀ ਕਾਨਫਰੰਸ ਕਾਲ ਕੀਤੀ। ਕਦੋਂ ਨੂੰ? 13 ਅਪ੍ਰੈਲ 1699 ਨੂੰ। ਤੇ ਉੱਥੇ ਉਹਨਾਂ ਨੇ 5 ਇੱਕ ਕਰਕੇ 5 ਬੰਦਿਆਂ ਦੇ ਸਿਰ ਮੰਗੇ। ਕਹਿੰਦੇ ਆ ਕਿ ਸਾਰੇ ਪੂਰੀ ਬਹੁਤ ਵੱਡੀ ਕਾਨਫਰੰਸ ਸੀ ਜਦੋਂ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਹੁਤ ਵੱਡੀ ਸਟੇਜ ਸਜਾਈ। ਸਟੇਜ ਦੇ ਪਿੱਛੇ ਇੱਕ ਤੰਬੂ ਲਾਇਆ ਹੋਇਆ ਸੀ। ਤਾਂ ਗੁਰੂ ਗੋਬਿੰਦ ਸਿੰਘ ਜੀ ਆਏ, ਆ ਕੇ ਉਹਨਾਂ ਨੇ 5 ਬੰਦਿਆਂ ਨੂੰ ਮਤਲਬ ਕਿ ਇੱਕ ਇੱਕ ਕਰਕੇ ਕਾਲ ਕੀਤਾ। ਠੀਕ ਹੈ, ਇੱਕ ਇੱਕ ਕਰਕੇ ਕਾਲ ਕੀਤਾ ਔਰ ਕਾਲ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਦੇ ਆ ਕਿ ਪਹਿਲੇ ਜਦੋਂ ਬੰਦੇ ਨੂੰ ਬੁਲਾਇਆ ਉਹਨਾਂ ਨੇ ਸਿਰ ਮੰਗੇ, ਹੈ ਨਾ। ਪਹਿਲੇ ਬੰਦੇ ਨੂੰ ਲੈ ਕੇ ਤੰਬੂ 'ਚ ਲੈ ਕੇ ਗਏ, ਤੇ ਜਦੋਂ ਵਾਪਸ ਗੁਰੂ ਜੀ ਤੰਬੂ ਤੋਂ ਬਾਹਰ ਆਏ ਤਾਂ ਉਹਨਾਂ ਦੀ ਤਲਵਾਰ ਨੂੰ ਖੂਨ ਲੱਗਾ ਹੋਇਆ ਸੀਗਾ। ਤਾਂ ਖੂਨ ਲੱਗਾ ਹੋਇਆ ਸੀ ਤੇ ਲੋਕ ਸਾਰੇ ਡਰ ਗਏ ਕਿ ਇਹਨਾਂ ਨੇ ਮਤਲਬ ਕਿ ਬੰਦੇ ਦਾ ਸਿਰ ਮੰਗਿਆ ਸੀ ਔਰ ਸਿਰ ਲੈ ਲਿਆ। ਤੇ ਉਸ ਤੋਂ ਬਾਅਦ ਦੂਸਰੀ ਵਾਰ ਸਿਰ ਮੰਗਿਆ, ਫਿਰ ਦੂਸਰਾ ਬੰਦਾ ਗਿਆ, ਇੱਦਾਂ ਹੀ ਫਿਰ ਤੰਬੂ 'ਚੋਂ ਬਾਹਰ ਆਏ, ਫਿਰ ਉਹਨਾਂ ਦੀ ਤਲਵਾਰ ਨੂੰ ਹੋਰ ਖੂਨ ਲੱਗਾ ਹੋਇਆ ਸੀ। ਫਿਰ ਤੀਸਰੀ ਵਾਰ ਸਿਰ ਮੰਗਿਆ, ਚੌਥੀ ਵਾਰ ਸਿਰ ਮੰਗਿਆ, 5ਵੀਂ ਵਾਰ ਸਿਰ ਮੰਗਿਆ। ਇੱਦਾਂ ਤਰੀਕੇ ਨਾਲ 5 ਬੰਦਿਆਂ ਦੇ ਮਤਲਬ ਅੰਦਰ ਲੈ ਗਏ। ਬਾਅਦ 'ਚ ਉਹਨਾਂ 5 ਨੂੰ ਬਾਹਰ ਲੈ ਕੇ ਆਏ। ਠੀਕ ਹੈ, ਤੇ 5 ਜਿਹਦੇ ਸੀ ਅਸਲ 'ਚ ਉਹਨਾਂ ਨੇ 5 ਬੱਕਰੇ ਜਿਹੜੇ ਸੀਗੇ ਉਹਨਾਂ ਦਾ ਸਿਰ ਕੱਟਿਆ ਸੀਗਾ, ਉਹ ਖੂਨ ਬੱਕਰੇ ਦਾ ਲੱਗਿਆ ਹੋਇਆ ਸੀ ਉਹਨਾਂ ਦੀ ਤਲਵਾਰ 'ਤੇ। ਤੇ 5 ਬੰਦੇ, 5 ਪਿਆਰੇ ਜਿਹੜੇ ਆ ਉਹਨਾਂ ਨੂੰ 5 ਪਿਆਰਿਆਂ ਦਾ ਦਰਜਾ ਦਿੱਤਾ। ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾਇਆ, ਫਿਰ ਉਹਨਾਂ ਕੋਲ ਆਪ ਅੰਮ੍ਰਿਤ ਛਕਿਆ। ਪਹਿਲਾਂ ਉਹਨਾਂ ਨੂੰ ਗੁਰੂ ਥਾਪਿਆ, ਫਿਰ ਆਪ ਉਹਨਾਂ ਦੇ ਚੇਲੇ ਬਣੇ। ਠੀਕ ਹੈ, ਆਪ ਉਹਨਾਂ ਦੇ ਗੁਰੂ ਬਣੇ। ਤਾਂ ਇਸ ਤਰੀਕੇ ਦੇ ਨਾਲ ਖਾਲਸਾ ਪੰਥ ਦੀ ਸਥਾਪਨਾ ਹੋਈ 13 ਅਪ੍ਰੈਲ 1699 ਨੂੰ। 5 ਪਿਆਰਿਆਂ ਦੀ ਗੱਲ ਕਰੀਏ ਤਾਂ 5 ਪਿਆਰੇ, ਪਹਿਲਾ 5 ਪਿਆਰਾ ਸੀ ਧਰਮਦਾਸ। ਇਹ ਇੱਕ ਫਾਰਮਰ ਸੀ ਦਿੱਲੀ ਤੋਂ। ਠੀਕ ਹੈ, ਬਾਅਦ ਦੇ ਵਿੱਚ ਨੰਦੇੜ ਸਾਹਿਬ ਦੇ ਵਿੱਚ ਹੀ ਇਹਦੀ ਡੈਥ ਹੋਈ। ਦੂਸਰਾ 5 ਪਿਆਰਿਆਂ ਦੇ ਵਿੱਚ ਦੂਸਰਾ 5 ਪਿਆਰਾ ਸੀਗਾ ਹਿੰਮਤ ਰਾਏ। ਇਹ ਇੱਕ ਵਾਟਰ ਕੈਰੀਅਰ ਸੀਗਾ, ਮਤਲਬ ਪਾਣੀ ਪਿਲਾਉਣ ਦਾ ਇਹਦਾ ਕੰਮ ਸੀਗਾ। ਉੜੀਸਾ ਤੋਂ ਸੀਗਾ ਇਹ। ਇਹਦੀ ਚਮਕੌਰ ਸਾਹਿਬ ਦੀ ਜਿਹੜੀ ਲੜਾਈ ਹੋਈ ਸੀ ਉੱਥੇ ਇਹਨਾਂ ਦੀ ਸ਼ਹਾਦਤ ਹੋਈ। ਤੀਸਰਾ ਸੀਗਾ ਭਾਈ ਦਇਆ ਰਾਮ। ਇਹ ਇੱਕ ਸ਼ਾਪਕੀਪਰ ਸੀਗਾ। ਇਹ ਲਾਹੌਰ ਤੋਂ ਸੀਗਾ। ਇਹਦੀ ਨੰਦੇੜ ਸਾਹਿਬ ਦੇ ਵਿੱਚ ਹੀ ਇਹਨਾਂ ਦੀ ਵੀ ਸ਼ਹਾਦਤ ਹੋਈ। ਚੌਥੇ 5 ਪਿਆਰੇ ਸੀਗੇ, ਮਤਲਬ ਚੌਥਾ ਪਿਆਰਾ ਸੀਗਾ ਮੋਹਕਮ ਚੰਦ। ਇਹ ਇੱਕ ਟੇਲਰ ਸੀ, ਇਹਨਾਂ ਦਾ ਪ੍ਰੋਫੈਸ਼ਨ ਟੇਲਰ ਸੀਗਾ। ਇਹ ਦਵਾਰਕਾ ਤੋਂ ਸੀਗਾ, ਗੁਜਰਾਤ ਦਵਾਰਕਾ ਤੋਂ, ਔਰ ਚਮਕੌਰ ਸਾਹਿਬ ਦੇ ਵਿੱਚ ਹੀ ਇਹਨਾਂ ਦੀ ਡੈਥ ਹੋਈ। 5ਵੇਂ ਸੀਗੇ ਸਾਹਿਬ ਚੰਦ। ਇਹ ਬਾਰਬਰ ਸੀਗੇ, ਬਾਲ ਕੱਟਣ ਦਾ ਕੰਮ ਕਰਦੇ ਸੀਗੇ। ਇਹ ਬੀਦਰ ਕਰਨਾਟਕਾ ਤੋਂ ਸੀਗੇ ਔਰ ਚਮਕੌਰ ਸਾਹਿਬ ਦੇ ਵਿੱਚ ਇਹਨਾਂ ਦੀ ਡੈਥ ਹੋਈ। ਤਾਂ ਕਈ ਵਾਰ 5 ਪਿਆਰਿਆਂ ਦੇ ਨਾਮ ਜਿਹੜੇ ਆ ਆਪਾਂ ਐਗਜ਼ਾਮ ਦੇ ਵਿੱਚ ਪੁੱਛ ਲਏ ਜਾਂਦੇ ਆ। ਠੀਕ ਹੈ, ਧਰਮਦਾਸ, ਦੂਸਰੇ ਸੀਗੇ ਹਿੰਮਤ ਰਾਏ, ਤੀਸਰੇ ਸੀਗੇ ਦਇਆ ਰਾਮ, ਚੌਥੇ ਸੀਗੇ ਮੋਹਕਮ ਚੰਦ, 5ਵੇਂ ਸੀਗੇ ਸਾਹਿਬ ਚੰਦ। ਇਹ ਪਹਿਲਾਂ ਤਾਂ ਦਇਆ ਰਾਮ ਸੀ, ਠੀਕ ਹੈ, ਧਰਮਦਾਸ ਸੀ ਔਰ ਹਿੰਮਤ ਰਾਏ ਸੀ, ਮੋਹਕਮ ਚੰਦ ਸੀ, ਸਾਹਿਬ ਚੰਦ ਸੀ। ਇਹ ਸਾਰੇ ਬਾਅਦ ਦੇ ਵਿੱਚ ਬਣ ਗਏ ਧਰਮ ਸਿੰਘ, ਹਿੰਮਤ ਸਿੰਘ, ਦਇਆ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ। ਇਸ ਤਰੀਕੇ ਦੇ ਨਾਲ ਇਹ 5 ਪਿਆਰੇ,
ਇਹਨਾਂ ਦੇ ਇਕੱਲੇ ਇਕੱਲੇ ਦੇ ਪ੍ਰੋਫੈਸ਼ਨ ਵੀ ਕਈ ਵਾਰ ਪੁੱਛ ਲਏ ਜਾਂਦੇ ਆ। ਜਿਹੜਾ ਧਰਮ ਸਿੰਘ ਸੀ ਉਹ ਫਾਰਮਰ ਸੀ, ਔਰ ਹਿੰਮਤ ਸਿੰਘ ਉਹ ਵਾਟਰ ਕੈਰੀਅਰ ਸੀਗਾ, ਪਾਣੀ ਪਿਲਾ ਕੇ ਲੋਕਾਂ ਨੂੰ ਪੈਸੇ ਲੈਂਦਾ ਸੀ, ਤਾਂ ਉਹਦਾ ਕੰਮ ਸੀ, ਪ੍ਰੋਫੈਸ਼ਨ ਸੀ। ਦਇਆ ਰਾਮ ਸੀ ਉਹ ਸ਼ਾਪਕੀਪਰ ਸੀਗਾ। ਮੋਹਕਮ ਚੰਦ ਇੱਕ ਟੇਲਰ ਸੀਗਾ, ਠੀਕ ਹੈ। ਸਾਹਿਬ ਚੰਦ ਇੱਕ ਬਾਰਬਰ ਸੀਗਾ। ਇਸ ਤਰੀਕੇ ਦੇ ਨਾਲ ਇਹਨਾਂ ਨੇ 5 ਪਿਆਰੇ ਜਿਹੜੇ ਸੀਗੇ ਉਹ ਕਿੱਥੋਂ ਕਿੱਥੋਂ ਵੀ ਸੀਗੇ, ਇਹ ਵੀ ਕਈ ਵਾਰ ਸਵਾਲ ਪੁੱਛ ਲਿਆ ਜਾਂਦਾ ਹੈ ਨਾ। ਧਰਮ ਸਿੰਘ ਦਿੱਲੀ ਤੋਂ ਸੀਗਾ, ਹਿੰਮਤ ਰਾਏ ਉੜੀਸਾ ਤੋਂ ਸੀਗਾ, ਦਇਆ ਰਾਮ ਲਾਹੌਰ ਤੋਂ ਸੀਗਾ, ਮੋਹਕਮ ਚੰਦ ਦਵਾਰਕਾ ਤੋਂ ਸੀਗਾ, ਔਰ ਸਾਹਿਬ ਚੰਦ ਜਿਹੜੇ ਸੀਗੇ ਉਹ ਬਿਦਰ ਤੋਂ ਸੀਗੇ। ਦੇਖੋ ਆਪਾਂ 5 ਪਿਆਰੇ ਲਗਭਗ ਸਾਰਾ ਪੈਨ ਇੰਡੀਆ ਕਵਰ ਕਰ ਰਹੇ ਹੈ ਨਾ। ਬੰਦਾ ਬਹਾਦਰ ਆਪਾਂ ਬਾਅਦ 'ਚ ਕਰਦੇ ਹਾਂ। ਖਾਲਸਾ ਪੰਥ ਜਿਹੜੇ ਸੀਗੇ ਇਹ ਕਈ ਵਾਰ ਸਵਾਲ ਆਉਂਦਾ, ਮਤਲਬ 5 ਪਿਆਰਿਆਂ ਨੂੰ ਲੈ ਕੇ ਧਰਮਦਾਸ, ਹਿੰਮਤ ਰਾਏ, ਦਇਆ ਰਾਮ, ਮੋਹਕਮ ਚੰਦ, ਸਾਹਿਬ ਚੰਦ ਨਾ। ਅਤੇ ਇਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਕਿ ਖਾਲਸਾ ਪੰਥ ਦੀ ਸਥਾਪਨਾ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਵੇਂ ਧਰਮ ਨੂੰ ਜਨਮ ਦਿੱਤਾ। ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜੀ ਕਈ ਵਾਰੀ ਆਪਾਂ ਸੋਚਦੇ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਦੇ ਨਾਲ ਸਿਰਫ ਨਵੇਂ ਧਰਮ ਨੂੰ ਜਨਮ ਨਹੀਂ ਦਿੱਤਾ, ਨਵੇਂ ਧਰਮ ਦੀ ਜਨਮ ਤਾਂ ਹੋ ਹੀ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤ ਦਾ ਸੰਵਿਧਾਨ ਲਿਖਿਆ। ਤੁਸੀਂ ਸੋਚੋਗੇ ਇਹ ਕਿਵੇਂ ਹੋਇਆ? ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਫੋਲੋਅਰਸ ਨੂੰ ਕਿਹਾ ਕਿ ਆਪਣੇ ਨਾਮ ਦੇ ਪਿੱਛੇ ਸਿੰਘ ਲਗਾਓ। ਬੰਦੇ ਆਪਣੇ ਨਾਮ ਦੇ ਪਿੱਛੇ ਸਿੰਘ ਲਗਾਉਣਗੇ, ਲੇਡੀਜ਼ ਆਪਣੇ ਨਾਮ ਦੇ ਪਿੱਛੇ ਕੌਰ ਲਗਾਉਣਗੀਆਂ, ਠੀਕ ਹੈ। ਇੱਕ ਬਰਾਬਰੀ ਦਾ ਸੰਦੇਸ਼ ਦਿੱਤਾ। ਇਹ ਭਾਰਤ ਦੇ ਸੰਵਿਧਾਨ ਦੇ ਕੌਂਸਟੀਟਿਊਸ਼ਨ ਦੇ ਆਰਟੀਕਲ 18 ਲਿਖਿਆ ਗਿਆ। ਖਾਲਸਾ ਪੰਥ ਦੀ ਸਥਾਪਨਾ ਕੀਤੀ, ਕੌਂਸਟੀਟਿਊਸ਼ਨ ਦਾ ਆਰਟੀਕਲ 14 ਲਿਖਿਆ ਗਿਆ। ਸਾਰੇ ਬੰਦੇ ਇੱਕ ਬਰਾਬਰ ਆ, ਮਤਲਬ ਕੌਂਸਟੀਟਿਊਸ਼ਨ ਦਾ ਆਰਟੀਕਲ 14, 15, 16, 17, 18 ਲਿਖਿਆ ਗਿਆ। ਇਹਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋਗੇ, ਜਿਹੜੀ ਛੋਟੀ ਜਾਤੀ ਦੇ ਲੋਕ ਸੀਗੇ ਉਹਨਾਂ ਨੂੰ ਬਰਾਬਰ ਦਾ ਦਰਜਾ ਮਿਲਿਆ, ਔਰ ਗੁਰੂ ਗੋਬਿੰਦ ਸਿੰਘ ਜੀ ਨੇ ਬਕਾਇਦਾ ਪ੍ਰੋਹਿਬਿਸ਼ਨ ਕੀਤੀ ਕਿ ਕਿਸੇ ਇਹ ਜਾਤ ਦੇ ਨਾਮ ਦੇ ਉੱਤੇ ਕਿਸੇ ਵੀ ਟਾਈਪ ਦੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ। ਕੌਂਸਟੀਟਿਊਸ਼ਨ ਦਾ ਆਰਟੀਕਲ 17 ਲਿਖਿਆ ਗਿਆ। 17 ਪ੍ਰੋਹਿਬਿਸ਼ਨ ਆਫ ਅਨਟੱਚੇਬਿਲਿਟੀ। 18 ਦੇ ਵਿੱਚ ਅੱਜ ਦੇ ਕੌਂਸਟੀਟਿਊਸ਼ਨ ਦੇ ਵਿੱਚ ਕਿਹਾ ਕੀ ਆ ਕਿ ਆਪਣੇ ਨਾਮ ਦੇ ਪਿੱਛੇ ਕੋਈ ਟਾਈਟਲ ਨਹੀਂ ਲਾਉਣਾ। ਟਾਈਟਲ ਨਹੀਂ, 18 ਆਰਟੀਕਲ ਇਹੀ ਹੈ ਨਾ, ਕੋਈ ਟਾਈਟਲ ਨਹੀਂ ਲਾਉਣਾ। ਅਤੇ 18 ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ? ਸਿੰਘ ਲਗਾਉਣਾ, ਟਾਈਟਲ ਨਹੀਂ ਲਾਉਣਾ। ਚਲੋ ਇਹ ਅਲੱਗ ਗੱਲ ਆ ਕਿ ਬਾਅਦ ਦੇ ਵਿੱਚ ਅਸੀਂ ਆਪਣੇ ਜਿਹੜੇ ਆ ਜਾਤ ਵੀ ਨਾਲ ਹੀ ਲਾ ਲਈ, ਠੀਕ ਹੈ। ਫਲਾਨਾ ਸਿੰਘ ਧਾਲੀਵਾਲ, ਫਲਾਨਾ ਸਿੰਘ ਬਰਾੜ, ਫਲਾਨਾ ਸਿੰਘ, ਠੀਕ ਹੈ। ਅਤੇ ਸਿੱਧੂ ਸੰਧੂ ਸਾਰੇ ਹੀ ਮਤਲਬ ਆਪਣੀ ਜਾਤਾਂ ਵੀ ਆਪਾਂ ਕੈਰੀ ਕਰ ਲਈਆਂ ਔਰ ਸਿੰਘ ਵੀ ਲਾ ਲਿਆ। ਇਹ ਆਪਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਸੰਦੇਸ਼ ਨਹੀਂ ਸੀਗਾ। ਉਹਨਾਂ ਨੇ ਕਿਹਾ ਇਕੱਲਾ ਸਿੰਘ ਲਾਉਣਾ, ਨਾਲ ਆਪਣਾ ਨਾਮ ਲਿਖਣਾ, ਨਾਲ ਸਿੰਘ ਲਾਉਣਾ, ਕੋਈ ਉਹ ਫਿਰ ਜਾਤਾਂ ਨਹੀਂ ਨਾਲ ਚੱਕਣੀਆਂ, ਵੀ ਸ਼ੁੱਡ ਨਾਟ ਕੈਰੀ ਅਵਰ ਕਾਸਟ। ਇਹੀ ਚੀਜ਼ ਖਤਮ ਕੀਤੀ ਸੀ ਉਹਨਾਂ ਨੇ। ਸਾਰੇ ਧਰਮਾਂ ਨੂੰ ਵੀ ਦਿੱਤਾ, ਉਹਨਾਂ ਨੇ ਸਾਰੇ ਬਰਾਬਰ ਦਾ ਦਰਜਾ ਦਿੱਤਾ। ਆਰਟੀਕਲ 25 ਜਿਹੜਾ ਸੀਗਾ ਉਹ, ਕਿਉਂਕਿ ਆਪਾਂ ਦੇਖਦੇ ਹਾਂ ਆਰਮੀ ਦੇ ਵਿੱਚ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਮੁਸਲਮਾਨ ਵੀ ਸੀਗੇ, ਹਿੰਦੂ ਵੀ ਸੀਗੇ, ਸਿੱਖ ਤਾਂ ਚਲੋ ਸੀਗੇ ਹੀ ਹੈ ਨਾ। ਤਾਂ ਆਰਟੀਕਲ 25 ਲਾਗੂ ਹੋ ਗਿਆ। ਫਿਰ ਆਰਟੀਕਲ 29, 30 ਵੀ ਲਾਗੂ ਹੋ ਗਿਆ, ਕਿਉਂਕਿ ਉਹਨਾਂ ਨੇ ਕਿਹਾ ਕਿ ਤੁਸੀਂ ਗੁਰੂ ਦੀ ਫੌਜ ਦੇ ਵਿੱਚ ਰਹਿੰਦੇ ਹੋਏ ਆਪਣੇ ਧਰਮ ਨੂੰ ਕੈਰੀ ਕਰ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਮੁਸਲਮਾਨ ਆ ਔਰ ਆ ਗਿਆ ਉਹਨੇ ਆਪਣੀ ਉਹ ਪਰਿਵਰਤਨ ਹੋ ਜਾਊਗਾ, ਕੀ ਹੋ ਜਾਊਗਾ, ਮਤਲਬ ਕਨਵਰਜਨ ਹੋ ਜਾਊਗੀ। ਕਨਵਰਜਨ ਨਹੀਂ ਹੈਗੀ, ਠੀਕ ਹੈ। ਤੁਸੀਂ ਯੂ ਕੈਨ ਕੈਰੀ ਯੂਰ ਓਨ ਰਿਲੀਜਨ ਵਾਈਲ ਲਿਵਿੰਗ ਵਿਦਇਨ ਸਿੱਖ ਆਰਮੀ। ਮਤਲਬ ਉਹਨਾਂ ਨੇ ਭਾਰਤ ਦਾ ਸੰਵਿਧਾਨ ਜਿਹੜਾ ਸੀਗਾ ਉਹਨੂੰ ਆਪਾਂ ਪ੍ਰੀਡੀਸੈਸਰ ਆਫ ਕੌਂਸਟੀਟਿਊਸ਼ਨ ਆਫ ਇੰਡੀਆ ਕਹਿ ਸਕਦੇ ਹਾਂ, ਠੀਕ ਹੈ। ਅਤੇ ਅੱਗੇ ਆਪਾਂ ਗੁਰੂ ਗੋਬਿੰਦ ਸਿੰਘ ਦੇ ਟੌਪਿਕ ਤੋਂ ਬਾਅਦ ਬੰਦਾ ਬਹਾਦਰ ਕਰਾਂਗੇ। ਬੰਦਾ ਬਹਾਦਰ ਤੋਂ ਬਾਅਦ ਦੂਸਰੇ ਟੌਪਿਕਸ ਇੱਕ ਇੱਕ ਕਰਕੇ ਕਰਾਂਗੇ। ਤਾਂ ਜਨਰਲ ਵੀ ਜੀ ਕੇ ਦੇ ਦੂਸਰੇ ਜਿੰਨੇ ਵੀ ਪੰਜਾਬ ਜੀ ਕੇ ਦੇ ਟੌਪਿਕਸ ਹੈਗੇ ਉਹ ਕੈਰੀ ਕਰਾਂਗੇ। ਇਹ ਇੱਥੇ ਹੀ ਖਤਮ ਕਰਦੇ ਹਾਂ। ਥੈਂਕ ਯੂ।